ਪੇਸ਼ ਹੈ ਅਜੀਤ ਕੌਰ ਦੀ ਆਤਮ ਕਥਾ ਕੂੜਾ ਕਬਾੜਾ ਦਾ ਤੀਸਰਾ ਹਿੱਸਾ। 23 ਕੈਂਪ ਕਾਲਜ ਸ਼ਾਮ ਵੇਲੇ ਲੱਗਦਾ ਸੀ। ਅਸਲ ਵਿੱਚ ਪੰਜਾਬ ਯੂਨੀਵਰਸਿਟੀ ਨੇ ਦਿੱਲੀ ਵਿੱਚ ਇਹ ਕਾਲਜ ਇਸ ਕਰਕੇ ਖੋਲ੍ਹਿਆ ਸੀ ਕਿ ਜਿਹੜੇ ਲੋਕ ਪੜ੍ਹਾਈਆਂ ਅੱਧੀਆਂ ਪਚੱਧੀਆਂ ਛੱਡ ਕੇ ਉਧਰਲੇ ਪੰਜਾਬ ਤੋਂ ਉੱਜੜ ਕੇ ਇੱਧਰ ਆ ਗਏ ਸਨ ਤੇ ਦਿੱਲੀ ਵਿੱਚ ਆ ਵਸੇ ਸਨ, ਉਹਨਾਂ ਨੂੰ ਰੋਜ਼ੀ ਰੋਟੀ ਖਾਤਰ ਦਿਨ ਵੇਲੇ ਤਾਂ ਕੰਮਕਾਰ ਕਰਨਾ ਪੈਂਦਾ ਸੀ, ਨੌਕਰੀਆਂ ਕਰਨੀਆਂ ਪੈਂਦੀਆਂ ਸਨ। ਪਰ ਜੇ ਉਹ ਪੜ੍ਹਾਈ ਜਾਰੀ ਰੱਖਣਾ ਚਾਹੁਣ ਤਾਂ ਨੌਕਰੀ ਦੇ ਵੇਲੇ ਤੋਂ ਮਗਰੋਂ ਯਾਨੀ 5 ਵਜੇ ਤੋਂ ਮਗਰੋਂ ਉਹ ਇਸ ਕਾਲਜ ਵਿੱਚ ਆ ਕੇ ਪੜ੍ਹ ਸਕਣ। ਜਿਸ ਤਰ੍ਹਾਂ ਰਫਿਊਜੀਆਂ ਦੇ ਕੈਂਪ ਹੁੰਦੇ ਸਨ, ਉਸੇ ਤਰ੍ਹਾਂ ਉਹਨਾਂ ਦੀ ਪੜ੍ਹਾਈ ਲਈ ਇਹ ਕੈਂਪ ਕਾਲਜ ਸੀ, ਰੀਡਿੰਗ ਰੋਡ ਤੇ, ਜਿੱਥੋਂ ਗੋਲ ਮਾਰਕੀਟ ਲਈ ਮੁੜੀਦਾ ਏ, ਬਿਰਲਾ ਮੰਦਰ ਤੋਂ ਰਤਾ ਉਰਾਂ। ਸਵੇਰ ਵੇਲੇ ਉਸ ਬਿਲਡਿੰਗ ਵਿੱਚ ਕੋਈ ਸਕੂਲ ਲੱਗਦਾ ਸੀ ਤੇ ਸ਼ਾਮ ਵੇਲੇ ਕੈਂਪ ਕਾਲਜ। ਦਾਰਜੀ ਮੈਨੂੰ ਲੈ ਕੇ ਅਗਲੇ ਦਿਨ ਸ਼ਾਮੀ 5 ਵਜੇ ਕੈਂਪ ਕਾਲਜ ਪਹੁੰਚ ਗਏ। ਹਾਲਾਂਕਿ ਇਹ ਉਹਨਾਂ ਦਾ ਕਲੀਨਿਕ ਖੋਲ੍ਹਣ ਦਾ ਵਕਤ ਸੀ, ਪੂਰੇ 5 ਵਜੇ, ਤੇ ਦਾਰਜੀ ਵਕਤ ਦੇ ਬਹੁਤ ਪਾਬੰਦ ਸਨ। ਮਗਰੋਂ 82 ਵਰ੍ਹਿਆਂ ਦੀ ਉਮਰ ਤੱਕ ਵੀ ਉਹਨਾਂ ਦੇ ਕਲੀਨਿਕ ਜਾਣ ਤੇ ਕਲੀਨਿਕ ਤੋਂ ਆਉਣ ਵੇਲੇ ਆਪਣੀ ਘੜੀ ਠੀਕ ਕੀਤੀ ਜਾ ਸਕਦੀ ਸੀ। ਸੋ ਦਾਰਜੀ ਕਾਹਲ ਵਿੱਚ ਸਨ। ਦਫ਼ਤਰ ਵਿੱਚ ਪਹੁੰਚ ਕੇ ਉਹਨਾਂ ਪੁੱਛਿਆ, ਸਰਦਾਰ ਲਾਭ ਸਿੰਘ ਕਿਹੜੇ ਨੇ? ਇਹੀ ਕਿਹਾ ਸੀ ਕੱਲ੍ਹ ਪ੍ਰਿੰਸੀਪਲ ਨਰਿੰਜਨ ਸਿੰਘ ਜੀ ਨੇ ਕਿ ਮੈਂ ਅੱਜ ਲਾਭ ਸਿੰਘ ਨੂੰ ਸਮਝਾ ਦਿਆਂਗਾ, ਕਿਉਂਕਿ ਪੜ੍ਹਾਈ ਦੇ 5th ਈਅਰ ਦਾ ਅੱਧਾ ਸਾਲ ਖਤਮ ਹੋ ਚੁੱਕਾ ਹੈ। ਉਹਦੇ ਕੋਲ ਮੇਰੇ ਆਰਡਰ ਪਹੁੰਚੇ ਹੋਏ ਹੋਣਗੇ। ਤੁਸੀਂ ਕੱਲ੍ਹ ਜਾ ਕੇ ਕੁੜੀ ਨੂੰ ਦਾਖਲ ਕਰਵਾ ਦੇਣਾ। ਦਫ਼ਤਰ ਦਾ ਉਹੀ ਇੰਚਾਰਜ ਏ, ਫੀਸ ਵਗੈਰਾ ਉਹੀ ਦੱਸ ਦੇਵੇਗਾ, ਜਮ੍ਹਾਂ ਕਰਵਾ ਦੇਣੀ। ਲਾਭ ਸਿੰਘ ਹੋਰਾਂ ਨੇ ਦਾਰਜੀ ਨੂੰ ਬੜੀ ਇੱਜ਼ਤ ਨਾਲ ਬਿਠਾਇਆ, ਚਾਹ ਪਾਣੀ ਪੁੱਛਿਆ, ਕਿਉਂਕਿ ਦਾਰਜੀ ਪ੍ਰਿੰਸੀਪਲ ਸਾਹਿਬ ਦੇ ਕੋਈ ਖਾਸ ਹੀ ਬੰਦੇ ਹੋਣਗੇ ਜਿਹੜਾ ਉਹਨਾਂ ਦੀ ਕੁੜੀ ਵਾਸਤੇ ਉਚੇਚੇ ਆਰਡਰ ਉਹਨਾਂ ਦਿੱਤੇ ਸਨ। ਦਾਰਜੀ ਕਾਹਲ ਵਿੱਚ ਸਨ। ਬਸ ਜੀ ਤੁਸੀਂ ਫਾਰਮ ਦੇ ਦਿਓ, ਮੈਂ ਭਰ ਦੇਣਾ, ਤੇ ਫੀਸ ਦੱਸ ਦਿਓ, ਜਮ੍ਹਾਂ ਕਰਵਾ ਦੇਣਾ। ਲਾਭ ਸਿੰਘ ਜੀ ਨੇ ਫਾਰਮ ਦਾਰਜੀ ਦੇ ਅੱਗੇ ਰੱਖਿਆ। ਦਾਰਜੀ ਨੇ ਮੇਰਾ ਨਾਂ, ਆਪਣਾ ਨਾਂ, ਪਤਾ ਵਗੈਰਾ ਭਰ ਦਿੱਤਾ। ਅਗਲਾ ਕਾਲਮ ਸੀ ਮਜ਼ਮੂਨ ਦਾ। ਸੋ ਮੇਰੇ ਵੱਲ ਤੱਕ ਕੇ ਪੁੱਛਿਆ, ਕਾਹਦਾ MA ਕਰਨਾ ਏ? ਮੈਂ ਕਿਹਾ, ਇੰਗਲਿਸ਼ ਲਿਟਰੇਚਰ। ਉਹਨਾਂ ਫਾਰਮ ਵਿੱਚ ਭਰ ਦਿੱਤਾ, ਇੰਗਲਿਸ਼ ਲਿਟਰੇਚਰ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ, ਜਿਵੇਂ ਖੇਡਣ ਲਈ ਚੰਨ ਦਾ ਖੇਨੂੰ ਮਿਲ ਗਿਆ ਹੋਵੇ। ਸਹੀ ਫਾਰਮ ਭਰ ਕੇ ਫੀਸ ਜਮ੍ਹਾਂ ਕਰਵਾ ਕੇ ਦਾਰਜੀ ਨੇ ਲਾਭ ਸਿੰਘ ਨੂੰ ਪੁੱਛਿਆ, ਪੀਰੀਅਡ ਕਿੰਨੇ ਤੋਂ ਕਿੰਨੇ ਵਜੇ ਤੱਕ ਲੱਗਦੇ ਨੇ? ਉਹਨਾਂ ਕਿਹਾ, ਆਮ ਤੌਰ ਤੇ ਤੀਜਾ ਤੇ ਚੌਥਾ ਪੀਰੀਅਡ ਹੁੰਦਾ ਹੈ, ਪਰ ਹਫ਼ਤੇ ਵਿੱਚ ਇੱਕ ਵਾਰੀ ਦੂਜਾ ਵੀ ਹੁੰਦਾ ਹੈ ਤੇ ਇੱਕ ਵਾਰੀ ਪੰਜਵਾਂ ਵੀ। ਤੀਜਾ ਪੀਰੀਅਡ? ਦਾਰਜੀ ਬੁਖਲਾਏ। ਕਿੰਨੇ ਵਜੇ ਸ਼ੁਰੂ ਹੁੰਦਾ ਹੈ? 5:30 ਕਾਲਜ ਸ਼ੁਰੂ ਹੁੰਦਾ ਹੈ, 45 ਮਿੰਟਾਂ ਦਾ ਪੀਰੀਅਡ ਹੁੰਦਾ ਹੈ। ਤੀਜਾ ਪੀਰੀਅਡ 7 ਵਜੇ ਸ਼ੁਰੂ ਹੋਵੇਗਾ ਤੇ ਚੌਥਾ 8:30 ਖਤਮ। ਦਾਰਜੀ ਨੇ ਮੈਨੂੰ ਕਿਹਾ, ਫਿਰ ਤੇ ਅੰਗਰੇਜ਼ੀ ਦਾ MA ਨਹੀਂ ਕਰ ਸਕਦੀ ਤੂੰ। ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਨੀ ਰਾਤ ਨੂੰ ਇਕੱਲੀ ਘਰ ਕਿਸ ਤਰ੍ਹਾਂ ਪਹੁੰਚੇਂਗੀ? ਹੋਰ ਕਿਸੇ ਮਜ਼ਮੂਨ ਦਾ ਕਰਨਾ ਹੈ? ਮੇਰਾ ਸਾਰਾ ਚਾਅ ਮਰ ਗਿਆ ਸੀ। ਮੋਈ ਹੋਈ ਆਵਾਜ਼ ਵਿੱਚ ਮੈਂ ਕਿਹਾ, ਪੋਲੀਟੀਕਲ ਸਾਇੰਸ। ਉਹਦੇ ਪੀਰੀਅਡਾਂ ਬਾਰੇ ਦਰਿਆਫਤ ਕੀਤਾ ਗਿਆ। ਉਹਨਾਂ ਦਾ ਵੀ ਇਹੀ ਹਾਲ ਸੀ, ਤੀਜਾ ਤੇ ਚੌਥਾ। ਸੋ ਪੋਲੀਟੀਕਲ ਸਾਇੰਸ ਨੂੰ ਵੀ ਰੱਦੀ ਕਾਗਜ਼ ਵਾਂਗੂ ਕੂੜੇ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ। ਬਾਕੀ ਇੱਕੋ ਹੀ ਮਜ਼ਮੂਨ ਬਚਿਆ ਜਿਹੜਾ ਮੈਂ BA ਵਿੱਚ ਪੜ੍ਹਿਆ ਸੀ ਤੇ ਜਿਹਦੇ ਤੋਂ ਮੈਨੂੰ ਸ਼ਦੀਦ ਨਫ਼ਰਤ ਸੀ, ਇਕਨੋਮਿਕਸ। ਦਾਰਜੀ ਨੇ ਲਾਭ ਸਿੰਘ ਹੋਰਾਂ ਨੂੰ ਆਪੇ ਹੀ ਪੁੱਛਿਆ, ਤੇ ਇਕਨੋਮਿਕਸ? ਉਹਦੇ ਦੋਵੇਂ ਪਹਿਲੇ ਹੀ ਪੀਰੀਅਡ ਹੁੰਦੇ ਨੇ, ਪਹਿਲਾ ਤੇ ਦੂਜਾ। ਦਾਰਜੀ ਨੇ ਮੇਰੇ ਵੱਲ ਫੈਸਲਾਕੁੰਨ ਨਜ਼ਰ ਨਾਲ ਤੱਕਿਆ ਤੇ ਪੁੱਛਿਆ, ਜੇ ਇਕਨੋਮਿਕਸ ਕਰਨੀ ਹੈ ਤਾਂ ਦਾਖਲ ਕਰਵਾ ਦੇਣਾ, ਨਹੀਂ ਤੇ ਘਰ ਚੱਲ। ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਉਹ ਕਲੀਨਿਕ ਤੋਂ ਲੇਟ ਹੋ ਰਹੇ ਸਨ, ਬੜੀ ਕਾਹਲ ਵਿੱਚ ਸਨ ਤੇ ਮੇਰੇ ਲਈ ਆਖਰੀ ਤਿਨਕੇ ਨੂੰ ਫੜ ਕੇ ਡੁੱਬਣੋਂ ਬਚਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਸੋ ਮੈਂ ਹਾਂ ਵਿੱਚ ਸਿਰ ਹਿਲਾ ਕੇ ਕਿਹਾ, ਠੀਕ ਹੈ, ਇਕਨੋਮਿਕਸ। ਫਾਰਮ ਇੱਕ ਹੋਰ ਭਰਿਆ ਗਿਆ ਤੇ ਮੈਂ ਅੰਗਰੇਜ਼ੀ ਸਾਹਿਤ ਦਾ ਖਾਬ ਲੈ ਕੇ ਇਕਨੋਮਿਕਸ ਵਿੱਚ ਦਾਖਲ ਹੋ ਗਈ। ਰੋਟੀ ਨਹੀਂ ਤਾਂ ਭੁੱਜੇ ਛੋਲੇ ਹੀ ਸਹੀ, ਭੁੱਜੇ ਛੋਲੇ ਨਹੀਂ ਤਾਂ ਪਾਣੀ ਦਾ ਘੁੱਟ ਹੀ ਸਹੀ। ਮੈਂ ਉਸੇ ਵੇਲੇ ਫੈਸਲਾ ਕਰ ਲਿਆ, ਸਿਰਫ ਕਾਲਜ ਆਇਆ ਕਰਾਂਗੀ, ਕਿਤਾਬਾਂ ਅੰਗਰੇਜ਼ੀ, ਪੰਜਾਬੀ, ਉਰਦੂ ਸਾਹਿਤ ਦੀਆਂ ਪੜ੍ਹਾਂਗੀ, 2-4 ਸਹੇਲੀਆਂ ਬਣਾਵਾਂਗੀ ਤੇ ਉਹਨਾਂ ਨਾਲ ਗੱਪਾਂ ਮਾਰਾਂਗੀ। ਜੇ ਨਾ ਵੀ ਬਣੀ ਕੋਈ ਸਹੇਲੀ ਤਾਂ ਇੱਥੇ ਹੀ ਕਿਸੇ ਲੌਨ ਦੇ ਖੂੰਜੇ, ਕਿਸੇ ਰੁੱਖ ਦੇ ਓਹਲੇ ਬਹਿ ਕੇ ਕਹਾਣੀਆਂ ਲਿਖਿਆ ਕਰਾਂਗੀ ਤੇ 1.5 ਸਾਲ ਮਗਰੋਂ ਦੰਨ ਕਰਕੇ ਫੇਲ ਹੋ ਜਾਵਾਂਗੀ। ਘੱਟੋ ਘੱਟ 1.5 ਸਾਲ ਤਾਂ ਬੱਕਰੇ ਦੀ ਗਰਦਨ ਵਿਆਹ ਦੀ ਛੁਰੀ ਤੋਂ ਬਚੀ ਰਹੇਗੀ। ਘੱਟੋ ਘੱਟ 1.5 ਸਾਲ ਤਾਂ ਦਿਨ ਦਾ ਥੋੜ੍ਹਾ ਜਿਹਾ ਹਿੱਸਾ ਘਰ ਦੀ ਘੁੱਟਣ ਤੋਂ ਬਾਹਰ ਬੀਤੇਗਾ। ਪਰ ਨਹੀਂ ਹੋਈ ਫੇਲ। ਇਕਨੋਮਿਕਸ ਦੀ ਕੋਈ ਕਿਤਾਬ ਨਹੀਂ ਪੜ੍ਹੀ, ਬਾਕੀਆਂ ਵਾਂਗੂ ਨੋਟਸ ਲੈ ਲੈ ਕੇ ਫਾਈਲਾਂ ਨਹੀਂ ਬਣਾਈਆਂ, ਜ਼ਰਾ ਵੀ ਨਹੀਂ ਪੜ੍ਹੀ। ਪਰ ਹਰ ਰੋਜ਼ ਜੋ ਪ੍ਰੋਫੈਸਰ ਬੋਲਦੇ ਰਹੇ, ਉਹ ਜਿਹੜਾ ਕੂੜਾ ਕਚਰਾ ਦਿਮਾਗ ਦੇ ਵਿੱਥਾਂ ਕੋਨਿਆਂ ਵਿੱਚ ਅਟਕਿਆ ਰਹਿ ਗਿਆ, ਉਹਨੇ ਹੀ ਗੜਬੜ ਕਰ ਦਿੱਤੀ। 3rd ਡਿਵੀਜ਼ਨ ਵਿੱਚ ਪਾਸ ਹੋ ਗਈ। 24 ਤਾਈਆਂ ਇੱਕ ਦਿਨ ਦਾਰਜੀ ਦੇ ਲਾਹੌਰ ਦੇ ਇੱਕ ਪੁਰਾਣੇ ਮਰੀਜ਼ ਦੀ ਫੋਨ ਆਈ ਕਰਨਾਲੋਂ ਕਿ ਕੁੜੀ ਵਾਸਤੇ ਤੁਸੀਂ ਪਿਛਲੇ ਸਾਲ ਕੋਈ ਮੁੰਡਾ ਲੱਭਣ ਵਾਸਤੇ ਕਿਹਾ ਸੀ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਇੱਕ ਡਾਕਟਰ ਨੇ, ਉਹਨਾਂ ਦਾ ਇੱਕ ਮੁੰਡਾ ਤਾਂ ਡਾਕਟਰੀ ਕਰ ਰਿਹਾ ਏ ਤੇ ਉਹਨੇ ਉੱਥੇ ਹੀ ਅੰਮ੍ਰਿਤਸਰ ਹੀ ਕੋਈ ਕੁੜੀ ਪਸੰਦ ਕਰ ਰੱਖੀ ਏ, ਪਰ ਦੂਸਰਾ ਜਿਹੜਾ ਪੋਲਟਰੀ ਫਾਰਮਿੰਗ ਦਾ ਕੰਮ ਕਰਦਾ ਏ ਉਹਦੇ ਲਈ ਗੱਲ ਚਲਾਵਾਂ। ਤੁਸਾਂ ਕਿਹਾ ਸੀ ਮੁਰਗੀਆਂ ਪਾਲਣਾ ਵੀ ਕੋਈ ਕੰਮਾਂ ਵਿੱਚੋਂ ਕੰਮ ਏ।
ਜੇ ਉਹ ਡਾਕਟਰੀ ਕਰਦਾ ਮੁੰਡਾ ਹੁੰਦਾ ਤਾਂ ਠੀਕ ਸੀ। ਸੋ ਉਹ ਡਾਕਟਰੀ ਕਰ ਚੁੱਕਾ ਏ ਹੁਣ ਤੇ ਅਵੇਲੇਬਲ ਏ। ਤੁਸਾਂ ਕੁੜੀ ਦਾ ਰਿਸ਼ਤਾ ਹਾਲੀ ਕਿਧਰੇ ਕੀਤਾ ਏ ਕਿ ਨਹੀਂ? ਦਾਰਜੀ ਨੂੰ ਆਪਣੇ ਇਸ ਦੋਸਤ ਤੇ ਅੰਨਾ ਵਿਸ਼ਵਾਸ ਸੀ, ਕਿਉਂਕਿ ਉਹਦੇ ਮੁੰਡੇ ਨੂੰ ਜਦੋਂ ਪਾਗਲ ਕੁੱਤੇ ਨੇ ਕੱਟ ਲਿਆ ਸੀ ਤਾਂ ਦਾਰਜੀ ਨੇ ਹੀ ਉਹਦੀ ਜਾਨ ਬਚਾਈ ਸੀ ਤੇ ਉਦੋਂ ਤੋਂ ਉਹ ਦਾਰਜੀ ਨੂੰ ਰੱਬ ਸਮਝਦਾ ਸੀ। ਦਾਰਜੀ ਨੇ ਕਿਹਾ, ਨਹੀਂ ਅਜੇ ਤੇ ਨਹੀਂ ਕੀਤਾ ਰਿਸ਼ਤਾ। ਉਹਨੇ ਕਿਹਾ, ਤਾਂ ਬਸ ਠੀਕ ਹੈ, ਉਹ ਲੋਕ ਅੱਜ ਹੀ ਪਹੁੰਚ ਜਾਣਗੇ ਦਿੱਲੀ। ਤੁਸੀਂ 3 ਵਜੇ ਵਾਲੀ ਗੱਡੀ ਤੋਂ ਉਹਨਾਂ ਨੂੰ ਰਿਸੀਵ ਕਰ ਲਓ। ਦਾਰਜੀ ਕਾਹਲੀ ਨਾਲ ਘਰ ਪਹੁੰਚੇ। ਅਸੀਂ ਅਜੇ 10-15 ਦਿਨ ਪਹਿਲਾਂ ਹੀ ਪਟੇਲ ਨਗਰ ਵਾਲੇ ਘਰ ਵਿੱਚ ਸ਼ਿਫਟ ਕੀਤਾ ਸੀ। ਭਾਬੀ ਜੀ ਯਾਨੀ ਮੇਰੇ ਨਾਨੀ ਪਹਿਲੀ ਵਾਰੀ ਸਾਡੇ ਨਵੇਂ ਘਰ ਆਏ ਸਨ ਤੇ ਸ਼ਗਨ ਵਜੋਂ ਚੋਖੇ ਸਾਰੇ ਬਦਾਮ ਲਿਆਏ ਸਨ। ਬੀਜੀ ਹਸਬ ਮਾਮੂਲ ਬਿਮਾਰ ਸਨ ਤੇ ਭਾਬੀ ਜੀ ਉਹਨਾਂ ਦੇ ਕੋਲ ਹੀ ਬੈਠੇ ਗੱਲਾਂ ਕਰ ਰਹੇ ਸਨ। ਦਾਰਜੀ ਨੇ ਕਿਹਾ, ਫਟਾਫਟ ਰੋਟੀ ਖਾ ਕੇ ਮੈਂ ਸਟੇਸ਼ਨ ਤੇ ਪਹੁੰਚਣਾ ਏ। ਜੀਤ ਨੂੰ ਵੇਖਣ ਆ ਰਹੇ ਨੇ ਲੋਕ ਕਰਨਾਲੋਂ। ਮੁੰਡਾ ਡਾਕਟਰ ਏ, ਬਸ ਅਰਦਾਸ ਕਰੋ ਕਿ ਇੱਥੇ ਗੱਲ ਬਣ ਜਾਵੇ। ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਜਿਹੜਾ ਮੁੰਡਾ ਪਿਛਲੇ ਸਾਲ ਤੱਕ ਕਿਸੇ ਕੁੜੀ ਨਾਲ ਇੰਨਾ ਇਨਵੋਲਵਡ ਸੀ ਕਿ ਉਹਦੇ ਘਰ ਦੇ ਲੋਕਾਂ ਨੂੰ ਹੀ ਨਹੀਂ, ਪਿਤਾ ਦੇ ਦੋਸਤਾਂ ਨੂੰ ਵੀ ਪਤਾ ਸੀ ਕਿ ਇਹ ਤਾਂ ਉਸੇ ਨਾਲ ਹੀ ਵਿਆਹ ਕਰੇਗਾ, ਉਹ ਅੱਜ ਕਿਸ ਤਰ੍ਹਾਂ ਕਿਸੇ ਹੋਰ ਕੁੜੀ ਨੂੰ ਵੇਖਣ ਆ ਰਿਹਾ ਸੀ। ਉਹ ਪੁਰਾਣੀ ਕੁੜੀ ਕਿੱਥੇ ਗਈ? ਕੀ ਬਣਿਆ ਉਸ ਰਿਸ਼ਤੇ ਦਾ? ਕੋਈ 3:30 ਵਜੇ ਦਾਰਜੀ ਉਹਨਾਂ ਲੋਕਾਂ ਨੂੰ ਲੈ ਕੇ ਚਾਈਂ ਘਰ ਆ ਗਏ। ਡਾਕਟਰ ਮੁੰਡਾ, ਉਹਦੇ ਡਾਕਟਰ ਪਿਤਾ, ਉਹਦੀ ਭੈਣ। ਚਾਹ ਚੂਹ ਪੀਤੀ ਗਈ। ਪਿਓ ਪੁੱਤਰ ਨੇ ਬਾਹਰਲੇ ਵਰਾਂਡੇ ਵਿੱਚ ਖੜੋ ਕੇ ਕੁਝ ਖੁਸਰ-ਫੁਸਰ ਕੀਤੀ ਤੇ ਪਿਤਾ ਜੀ ਨੇ ਹੱਸਦਿਆਂ ਆ ਕੇ ਦਾਰਜੀ ਨੂੰ ਅੱਧੀ ਕੁ ਜੱਫੀ ਪਾ ਕੇ ਕਿਹਾ, ਵਧਾਈ ਹੋਵੇ ਭਰਾ ਜੀ, ਕੁੜੀ ਸਾਨੂੰ ਪਸੰਦ ਏ। ਫਿਰ ਕਹਿਣ ਲੱਗੇ, ਦਰਬਾਰ ਸਾਹਿਬ ਦਾ ਪ੍ਰਕਾਸ਼ ਤੇ ਕੀਤਾ ਹੀ ਹੋਵੇਗਾ ਤੁਸੀਂ ਘਰ ਵਿੱਚ। ਦਾਰਜੀ ਨੇ ਕਿਹਾ, ਹਾਂ ਦਰਬਾਰ ਸਾਹਿਬ ਦਾ ਵੱਖਰਾ ਕਮਰਾ ਏ। ਉਹ ਕਹਿਣ ਲੱਗੇ, ਚਲੋ ਫਿਰ ਰਤਾ ਮੱਥਾ ਟੇਕ ਲੈਂਦੇ ਆ। ਦਰਬਾਰ ਸਾਹਿਬ ਦੇ ਕਮਰੇ ਵਿੱਚ ਪਹੁੰਚ ਕੇ ਉਹਨਾਂ ਨੇ ਮੱਥਾ ਟੇਕਿਆ ਤੇ ਖੜੋ ਕੇ ਅਰਦਾਸ ਕਰਨ ਲੱਗ ਪਏ। ਸੱਚੇ ਪਾਤਸ਼ਾਹ ਮੇਰਾ ਭਰਿਆ ਹੱਥ ਇਸ ਜੋੜੀ ਦੇ ਸਿਰ ਤੇ ਰੱਖਣਾ ਵਗੈਰਾ। ਬਾਹਰ ਆ ਕੇ ਕਹਿਣ ਲੱਗੇ, ਰੁਪਈਆ ਮੁੰਡੇ ਦੀ ਤਲੀ ਤੇ ਧਰ ਦਿਓ, ਜ਼ਰਾ ਸ਼ਗਨ ਹੋ ਜਾਵੇ, ਬਸ 1 ਰੁਪਈਆ ਕਾਫੀ ਏ। ਉਹ ਜਿਵੇਂ ਸੂਤਰਧਾਰ ਸਨ। ਕਠਪੁਤਲੀਆਂ ਦੇ ਇਸ ਤਮਾਸ਼ੇ ਵਿੱਚ ਸਾਰੀਆਂ ਡੋਰਾਂ ਉਹਨਾਂ ਦੇ ਹੀ ਹੱਥ ਸਨ। ਦਾਰਜੀ ਬੀਜੀ ਦੇ ਕਮਰੇ ਵਿੱਚ ਗਏ। ਲੈ ਰਾਣੀਏ, ਉਹਨਾਂ ਕੁੜੀ ਪਸੰਦ ਕਰ ਲਈ, ਕਹਿੰਦੇ ਨੇ ਰਤਾ ਸ਼ਗਨ ਕਰ ਦਿਓ। ਬੀਜੀ ਨੇ ਕਿਹਾ, ਹੁਣੇ ਸ਼ਗਨ ਕਰ ਦਿਓ? ਕਿਉਂ? ਐਡੀ ਕਾਹਲ ਕੀ ਪਈ ਏ ਉਹਨਾਂ ਨੂੰ? ਤੁਸੀਂ ਕਹੋ ਅਸੀਂ ਕਰਨਾਲ ਆਵਾਂਗੇ, ਤੁਹਾਨੂੰ ਮਿਲਾਂਗੇ, ਫਿਰ ਸ਼ਗਨ ਦੀ ਤਰੀਕ ਪੱਕੀ ਕਰ ਲਵਾਂਗੇ। ਦਾਰਜੀ ਨੇ ਕਿਹਾ, ਚੰਗੇ ਕੰਮ ਵਿੱਚ ਵਿਘਨ ਨਹੀਂ ਪਾਈਦਾ। ਭਾਬੀ ਜੀ ਨੇ ਬਦਾਮ ਥਾਲੀ ਵਿੱਚ ਲੁੱਧ ਕੇ ਉੱਤੋਂ 101 ਰੁਪਈਏ ਰੱਖੇ ਹੋਏ ਸਨ, ਨਵੇਂ ਘਰ ਵਿੱਚ ਪਹਿਲੀ ਵਾਰੀ ਆਉਣ ਦਾ ਸ਼ਗਨ। ਉਹੀ ਥਾਲੀ ਉਸੇ ਤਰ੍ਹਾਂ ਚੁੱਕ ਕੇ ਤੇ 1000 ਕੁ ਰੁਪਇਆ ਹੋਰ ਜਿਹੜਾ ਦਾਰਜੀ ਦੇ ਬੋਝੇ ਵਿੱਚ ਉਸ ਵੇਲੇ ਸੀ ਉਹਦੇ ਤੇ ਰੱਖ ਕੇ ਦੂਜੇ ਕਮਰੇ ਵਿੱਚ ਜਾ ਕੇ ਮੁੰਡੇ ਦੀ ਝੋਲੀ ਵਿੱਚ ਰੱਖ ਦਿੱਤਾ। ਮੇਰੇ ਸਹੁਰਾ ਸਾਹਿਬ ਬਣ ਹੀ ਗਏ ਨਾ ਹੁਣ ਤੇ, ਨੇ ਕਿਹਾ, ਵਿਆਹ ਦੀ ਤਰੀਕ ਦਾ ਵੀ ਫੈਸਲਾ ਕਰ ਲਓ। ਅੱਜ ਬੁੱਧਵਾਰ ਏ, 15 ਦਿਨਾਂ ਤੱਕ ਠੀਕ ਏ, ਜਾਂ ਉਹਦੇ ਤੋਂ ਅਗਲਾ ਸ਼ਨੀਚਰ ਐਤ ਠੀਕ ਏ। ਦਾਰਜੀ ਨੇ ਕਿਹਾ, ਇੰਨੇ ਥੋੜੇ ਦਿਨਾਂ ਵਿੱਚ ਤਿਆਰੀ ਕਿਸ ਤਰ੍ਹਾਂ ਹੋਵੇਗੀ? ਨਾਲੇ ਸਰਦਾਰਨੀ ਬਿਮਾਰ ਪਈ ਹੋਈ ਏ। ਉਹਨਾਂ ਨੇ ਕਿਹਾ, ਤਿਆਰੀ ਕਾਹਦੀ? ਅੱਜ ਕੱਲ੍ਹ ਤਿਆਰੀ ਨੂੰ ਕਿਹੜਾ ਹਾਥੀ ਘੋੜੇ ਖਰੀਦਣ ਜਾਣਾ ਹੁੰਦਾ ਹੈ, ਜਾਂ ਸੁਨਿਆਰੇ ਦੇ ਕੋਲ ਬਹਿ ਕੇ ਗਹਿਣੇ ਕਢਵਾਣੇ ਹੁੰਦੇ ਨੇ। ਸਭ ਕੁਝ ਬਣਿਆ ਬਣਾਇਆ ਮਿਲ ਜਾਂਦਾ ਹੈ। ਤੁਸੀਂ ਚਿੰਤਾ ਨਾ ਕਰੋ, ਸਾਨੂੰ ਤੇ ਸਿਰਫ ਕੁੜੀ ਹੀ ਚਾਹੀਦੀ ਏ, ਭਾਵੇਂ ਇਹਨਾਂ 3 ਕੱਪੜਿਆਂ ਨਾਲ ਹੁਣੇ ਹੀ ਲਾਵਾਂ ਪੜਾ ਦਿਓ। ਦਾਰਜੀ ਨਿਹਾਲ ਹੋ ਗਏ। ਕਿਹੋ ਜਿਹੇ ਦੇਵਤਾ ਲੋਕ ਮਿਲ ਗਏ ਨੇ। ਦਾਜ ਦੂਜ ਦੀ ਕੋਈ ਗੱਲ ਹੀ ਨਹੀਂ, ਕਿਸੇ ਚੀਜ਼ ਦਾ ਕੋਈ ਤਕਾਜ਼ਾ ਹੀ ਨਹੀਂ। ਸੋ ਤਾਰੀਖ ਮਹੀਨੇ ਕੁ ਮਗਰੋਂ ਆਉਣ ਵਾਲੇ ਸ਼ਨੀਚਰ ਐਤ ਦੀ ਪੱਕੀ ਹੋ ਗਈ। ਸ਼ਨੀਚਰਵਾਰ ਜੰਝ ਆਏਗੀ, ਐਤਵਾਰ ਸਵੇਰੇ ਲਾਵਾਂ ਤੇ ਰੋਟੀ ਖਾ ਕੇ ਵਾਪਸ ਕਰਨਾਲ। ਮੇਰੇ ਕੋਲੋਂ ਕੁਝ ਪੁੱਛਣ ਦਾ ਸਵਾਲ ਹੀ ਨਹੀਂ ਸੀ। ਜੇ ਪੁੱਛਦੇ ਵੀ ਤੇ ਕੀ ਦੱਸਣਾ ਸੀ ਮੈਂ ਤੇ ਕਿਸੇ ਦੀ ਸ਼ਕਲ ਵੀ ਨਹੀਂ ਸੀ ਵੇਖੀ, ਸਿਰਫ ਨਾਲ ਬਹਿ ਕੇ ਕੰਬਦਿਆਂ ਚਾਹ ਦਾ ਘੁੱਟ ਪੀਤਾ ਸੀ। ਮੈਨੂੰ ਤੇ ਉਹ ਕਿਧਰੇ ਰਾਹ ਵਿੱਚ ਮਿਲ ਪੈਣ ਤਾਂ ਮੈਂ ਪਛਾਣ ਵੀ ਨਹੀਂ ਸਕਦੀ। ਸ਼ੁਰੂ ਤੋਂ ਇਹੀ ਤੇ ਸਿਖਾਇਆ ਗਿਆ ਸੀ ਕਿ ਨਜ਼ਰ ਨੀਵੀਂ ਰੱਖੀ ਦੀ ਏ। ਸਿਰਫ MA ਪਾਸ ਹੋਣ ਨਾਲ ਕੀ ਬਣਦਾ ਏ? ਖਾਲੀ ਮਾਂ ਪਿਓ ਹੀ ਜ਼ਰਾ ਟੌਰ ਨਾਲ ਅਗਲਿਆਂ ਨੂੰ ਦੱਸ ਸਕਦੇ ਨੇ, ਕੁੜੀ MA ਪਾਸ ਏ, ਯਾਨੀ ਜ਼ਰਾ ਵਧੀਆ ਨਸਲ ਦੀ ਖੱਚਰ ਏ। ਤੁਹਾਡੇ ਕੁਨਬੇ ਦੇ ਪੱਥਰਾਂ ਮਿੱਟੀਆਂ ਨੂੰ, ਆਟੇ ਦੀਆਂ ਬੋਰੀਆਂ ਤੇ ਤੇਲ ਦੇ ਕਨਸਤਰਾਂ ਨੂੰ, ਤੁਹਾਡੇ ਆਉਣ ਵਾਲੇ ਪੋਤਰੇ ਪੋਤਰੀਆਂ, ਨਾ ਗੋਲੀ ਮਾਰੋ ਜੀ ਪੋਤਰੀਆਂ ਨੂੰ, ਵਧੀਆ ਨਸਲ ਦੀ ਖੱਚਰ ਏ ਤਾਂ ਪੋਤਰੇ ਜੰਮਣੇ ਪੈਣਗੇ ਉਹਨੂੰ, ਕਿਉਂ ਨਹੀਂ? ਤੁਹਾਡੇ ਕੁਨਬੇ ਨੂੰ, ਰਿਸ਼ਤੇਦਾਰੀਆਂ ਨੂੰ, ਤੁਹਾਡੇ ਦੋਸਤਾਂ ਤੇ ਮਿਲਣ ਗਿਲਣ ਵਾਲਿਆਂ ਨੂੰ, ਸਭ ਨੂੰ ਚੰਗੀ ਤਰ੍ਹਾਂ ਚੁੱਕ ਲਵੇਗੀ। ਬੜੀ ਅਸੀਲ ਏ ਜੀ, ਗਊ ਵਾਂਗੂ ਪਾਲੀ ਏ। ਸਾਰੀਆਂ ਸਿਫਤਾਂ ਜਿਹੜੀਆਂ ਵੀ ਇੱਕ ਸ਼ਰੀਫ ਨੂੰਹ ਧੀ ਵਿੱਚ ਹੋਣੀਆਂ ਚਾਹੀਦੀਆਂ ਨੇ, ਸਭ ਦੀ ਪਹਿਲੇ ਦਿਨੋਂ ਹੀ ਗੁੜਤੀ ਦਿੰਦੇ ਰਹੇ ਆ ਇਹਨੂੰ। ਨੀਵੀਂ ਨਜ਼ਰ, ਧੀਮਾ ਬੋਲ, ਗੱਲ ਕਰਨ ਦਾ ਸਲੀਕਾ, ਉੱਠਣ ਬਹਿਣ ਦਾ ਤਰੀਕਾ, ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਨਹੀਂ ਜੀ ਨਹੀਂ, MA ਸ਼ੈਮੇ ਆਪਣੀ ਥਾਵੇਂ, ਉਹਨਾਂ ਨਾਲ ਕੀ ਬਣਦਾ ਸੌਰਦਾ ਏ? ਰੋਟੀ ਪਕਾਏਗੀ, ਕਿਉਂ ਨਹੀਂ ਪਕਾਏਗੀ? ਘਰ ਸੰਭੇਗੀ, ਝਾੜੂ ਬੌਕਰ ਦੇਵੇਗੀ, ਕੱਪੜੇ ਧੋਵੇਗੀ, ਇਸਤਰੀ ਕਰੇਗੀ, ਸਾਰੇ ਕੰਮ ਆਉਂਦੇ ਨੇ ਇਹਨੂੰ। ਸਿਲਾਈ ਕਢਾਈ ਦਾ ਵੀ ਕੋਰਸ ਕਰਵਾਇਆ ਹੋਇਆ ਏ ਸਿੰਗਰ ਸਿਊਇੰਗ ਮਸ਼ੀਨ ਦੇ ਸਕੂਲ ਤੋਂ।
ਦਾਜ ਵਾਲੀਆਂ ਚਾਦਰਾਂ, ਸਿਰਹਾਣੇ ਦੇ ਗਲਾਫ, ਨੈਪਕਿਨ ਸਾਰਿਆਂ 'ਤੇ ਇਹਨੇ ਆਪ ਕਢਾਈ ਕੀਤੀ ਹੈ। ਹਾਰਮੋਨੀਅਮ ਵਜਾਉਣਾ ਵੀ ਆਉਂਦਾ ਏ ਇਹਨੂੰ। ਲਾਹੌਰ ਇੱਕ ਭਾਈ ਜੀ ਹਾਰਮੋਨੀਅਮ 'ਤੇ ਸ਼ਬਦ ਸਿਖਾਉਂਦੇ ਰਹੇ ਨੇ ਇਹਨੂੰ, ਅਤੇ ਇੱਥੇ ਦਿੱਲੀ ਸਿਤਾਰ ਵੀ ਸਿੱਖਦੀ ਰਹੀ ਏ। ਪਾਠ ਵੀ ਕਰਦੀ ਏ ਜੀ ਬੜਾ ਸੋਹਣਾ, ਇੱਕਦਮ ਸ਼ੁੱਧ। ਉਹ ਤਾਂ ਜਦੋਂ ਇਹ ਮਸਾਂ 6-7 ਵਰ੍ਹਿਆਂ ਦੀ ਸੀ, ਇਹਦੇ ਦਾਦਾ ਜੀ ਨੇ ਇਹਨੂੰ ਬਾਬਾ ਜੀ ਦੀ ਚਰਨੀ ਲਾ ਦਿੱਤਾ ਸੀ। ਸੁਖਮਨੀ ਸਾਹਿਬ, ਜਪਜੀ ਸਾਹਿਬ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਰਾ ਤੇ ਉਂਝ ਹੀ ਕੰਠ ਨੇ ਇਹਨੂੰ। ਤੁਹਾਨੂੰ ਸੁਣਾਇਆ ਕਰੇਗੀ। ਤੁਸੀਂ ਰਤਾ ਵੀ ਐਮਏ ਸ਼ੈਮਏ ਦੀ ਚਿੰਤਾ ਨਾ ਕਰੋ। ਉਹ ਤੇ ਹੁਣ ਅੱਜ ਕੱਲ੍ਹ ਜ਼ਮਾਨਾ ਹੀ ਅਜਿਹਾ ਹੈ ਕਿ ਪੜ੍ਹਾਉਣਾ ਹੀ ਪੈਂਦਾ ਹੈ ਕੁੜੀਆਂ ਨੂੰ, ਪਰ ਪੜ੍ਹਾਈਆਂ ਨਾਲ ਕੀ ਫਰਕ ਪੈਂਦਾ। ਸੋ ਮਹੀਨੇ ਮਗਰੋਂ ਵਿਆਹ ਹੋ ਗਿਆ ਅਤੇ ਮੈਂ ਕਰਨਾਲ ਆ ਗਈ, ਯਾਨੀ ਦਿੱਲੀ ਵਾਲੇ ਕਿਲੇ ਨਾਲੋਂ ਰੱਸਾ ਖੋਲ੍ਹ ਕੇ ਮੇਰੇ ਨਵੇਂ ਮਾਲਕ ਮੈਨੂੰ ਕਰਨਾਲ ਲੈ ਆਏ। 25 ਉਦੋਂ ਲੱਗਦਾ ਸੀ ਜੋ ਮੇਰੇ ਨਾਲ ਹੋ ਰਿਹਾ ਏ ਉਹਦੇ ਵਰਗੀ ਟ੍ਰੈਜਡੀ ਕਿਤੇ ਹੋਰ ਹੋ ਹੀ ਨਹੀਂ ਸਕਦੀ। ਹਰ ਮਨੁੱਖ ਨੂੰ ਹਰ ਔਖੀ ਘੜੀ ਵਿੱਚ ਸ਼ਾਇਦ ਇਹੀ ਲੱਗਦਾ ਏ। ਪਰ ਸੋਚੋ, ਜੇ ਮੈਂ ਚੀਨ ਵਿੱਚ ਜੰਮੀ ਹੁੰਦੀ, ਪੁਰਾਣੇ ਜ਼ਮਾਨੇ ਦੇ ਕਿਸੇ ਪਿੰਡ ਵਿੱਚ ਜਾਂ ਕਿਸੇ ਸ਼ਹਿਰ ਦੇ ਕਿਸੇ ਐਰਿਸਟੋਕ੍ਰੈਟਿਕ ਟੱਬਰ ਵਿੱਚ, ਤਾਂ ਮੇਰੇ 3-4 ਵਰ੍ਹਿਆਂ ਦੇ ਪੈਰਾਂ ਦੀਆਂ ਕੂਲੀਆਂ ਉਂਗਲਾਂ ਨੂੰ ਹੇਠਾਂ ਵੱਲ ਮੋੜ ਕੇ ਤੈਅ ਕਰ ਦਿੱਤਾ ਜਾਂਦਾ। ਪੈਰਾਂ ਨੂੰ ਕਸਵੀਆਂ ਪੱਟੀਆਂ ਨਾਲ ਬੰਨ੍ਹ ਕੇ ਲੱਕੜ ਦੇ ਬੂਟਾਂ ਵਿੱਚ ਜਕੜ ਦਿੱਤਾ ਜਾਂਦਾ। ਇੱਕ ਅੱਧ ਦਿਨ ਲਈ ਨਹੀਂ, ਇੱਕ ਅੱਧ ਮਹੀਨੇ ਲਈ ਨਹੀਂ, ਸਾਲਾਂ ਦੇ ਸਾਲ, ਤਾਂ ਕਿ ਵੱਡੀ ਹੋ ਕੇ ਮੈਂ ਕਿਧਰੇ ਭੱਜ ਜਾਣ ਜੋਗੀ ਨਾ ਰਵਾਂ। ਉਂਝ ਮੈਨੂੰ ਇਹੀ ਸਮਝਾਇਆ ਜਾਂਦਾ ਕਿ ਛੋਟੇ-ਛੋਟੇ ਪੈਰ ਹੁਸਨ ਦੀ ਨਿਸ਼ਾਨੀ ਹੁੰਦੇ ਨੇ। ਜਿੰਨੇ ਛੋਟੇ ਪੈਰ ਉਨੀ ਹੀ ਹਸੀਨ ਔਰਤ। ਬੱਤਖ ਵਾਂਗੂ ਹੌਲੀ-ਹੌਲੀ ਪੈਰ ਚੁੱਕਦੀ ਧਰਦੀ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਜਾਂਦੀ ਰਹਿੰਦੀ। ਘਰ ਸਾਫ਼ ਕਰਦੀ, ਰਸੋਈ ਦਾ ਕੰਮ ਕਰਦੀ, ਉਸੇ ਤਰ੍ਹਾਂ ਨਿੱਕੇ-ਨਿੱਕੇ ਕਦਮ ਚੁੱਕਦੀ ਧਰਦੀ। ਹਰ ਕਦਮ ਨਾਲ ਮੇਰੇ ਪੈਰਾਂ ਵਿੱਚ ਚੀਸਾਂ ਪੈਂਦੀਆਂ। ਇਹਨਾਂ ਵਿੱਚੋਂ ਕੁਝ ਚੀਸਾਂ ਤਾਂ ਹੁਣ ਦੀਆਂ ਹੁੰਦੀਆਂ ਤੇ ਬਹੁਤ ਸਾਰੀਆਂ ਉਹਨਾਂ ਵਰ੍ਹਿਆਂ ਦੀਆਂ ਜਦੋਂ ਮੇਰੇ ਪੈਰ ਪੱਟੀਆਂ ਵਿੱਚ ਕੱਸੇ ਹੋਏ ਤੇ ਲੱਕੜ ਦੇ ਬੂਟਾਂ ਵਿੱਚ ਨੂੜੇ ਹੋਏ ਚੀਖ ਰਹੇ ਸਨ। ਗੱਲੇ-ਗੱਲੇ ਲੱਕ ਦੂਰਾ ਕਰ ਕਰਕੇ ਝੁਕਦੀ, ਸਭ ਦੇ ਸਾਹਮਣੇ ਝੁਕਦੀ ਹੀ ਚਲੀ ਜਾਂਦੀ। ਹਰ ਚੀਜ਼ ਖਾਵੰਦ ਨੂੰ ਜਾਂ ਘਰ ਆਏ ਪ੍ਰਾਹੁਣਿਆਂ ਨੂੰ ਪੇਸ਼ ਕਰਨ ਵੇਲੇ ਦੂਰੀ ਹੋ ਕੇ ਤੈਅ ਹੁੰਦੀ ਰਹਿੰਦੀ। ਤੇ ਮੇਰਾ ਖਾਵੰਦ ਆਪਣੀ ਉੱਚ ਦਮਾਲੀ ਟੌਰ ਕਾਇਮ ਰੱਖਣ ਲਈ, ਆਪਣੇ ਮਰਦੋਊਪੁਣੇ ਦੀ ਸ਼ੇਖੀ ਮਾਰਨ ਲਈ 5, 10, 50 ਰਖੇਲਾਂ ਰੱਖਦਾ, ਕੌਨਕਿਊਬਾਈਨਸ, ਤੇ ਮੈਨੂੰ ਉਹਨਾਂ ਬਾਰੇ ਚੂੰ ਕਰਨ ਦਾ ਵੀ ਹੱਕ ਨਾ ਹੁੰਦਾ। ਸੋਚੋ, ਜੇ ਮੈਂ ਹਿੰਦੁਸਤਾਨ ਵਿੱਚ ਹੀ ਰਾਜਸਥਾਨ ਦੇ ਕਿਸੇ ਪਿੰਡ ਵਿੱਚ ਜੰਮ ਪੈਂਦੀ ਤਾਂ ਮੇਰੀ ਮਾਂ ਨੂੰ ਮਜਬੂਰ ਕੀਤਾ ਜਾਂਦਾ, ਡਰਾਇਆ, ਧਮਕਾਇਆ, ਕੁੱਟਿਆ ਮਾਰਿਆ ਜਾਂਦਾ ਕਿ ਉਹ ਮੈਨੂੰ ਮੋਹਰਾ ਚਟਾ ਦੇਵੇ, ਜਾਂ ਆਪਣੀਆਂ ਹੀ ਛਾਤੀਆਂ ਤੇ ਮੋਹਰੇ ਦਾ ਲੇਪ ਕਰਕੇ ਮੈਨੂੰ ਪਹਿਲਾਂ ਦੁੱਧ ਚੁੰਘਾਉਣ ਦੇ ਬਹਾਨੇ ਉਹ ਜ਼ਹਿਰ ਵੀ ਚੁੰਘਾ ਦੇਵੇ। ਜੇ ਮੈਂ ਇਸ ਕਤਲ ਤੋਂ ਬਚ ਜਾਂਦੀ ਤਾਂ ਗੁੱਡੀਆਂ ਪਟੋਲਿਆਂ ਦੀ ਉਮਰੇ ਮੇਰਾ ਵਿਆਹ ਹੋ ਜਾਂਦਾ। ਹੋ ਸਕਦਾ ਹੈ ਵਿਆਹ ਦਾ ਅਸਲੀ ਮਤਲਬ ਪਤਾ ਲੱਗਣ ਤੋਂ ਪਹਿਲਾਂ ਹੀ, ਜਾਂ ਖਬਰੇ ਗੌਨਾ ਹੋਣ ਤੋਂ ਵੀ ਪਹਿਲਾਂ ਮੇਰਾ ਖਾਵੰਦ ਮਰ ਜਾਂਦਾ। ਸਹੁਰੇ ਤੇ ਪੇਕੇ ਦੋਵੇਂ ਰਲ ਕੇ ਸਲਾਹ ਕਰਦੇ, ਯਾਨੀ ਸਹੁਰਿਆਂ ਪੇਕਿਆਂ ਦੇ ਮਰਦ ਤੇ ਮੇਰੇ ਸਹੁਰੇ ਘਰ ਦੀਆਂ ਤੀਵੀਆਂ ਮੈਨੂੰ ਵਟਣਾ ਮਲ ਕੇ, ਵਿਆਹ ਵਾਲਾ ਸੂਹਾ ਜੋੜਾ ਪਾ ਕੇ, ਸ਼ਿੰਗਾਰ ਕਰਕੇ, ਬੇਹੋਸ਼ੀ ਵਾਲੀ ਕੋਈ ਬੂਟੀ ਘੋਟ ਕੇ ਪਿਆ ਕੇ, ਬਾਹਾਂ ਨਾਲ ਸਹਾਰਾ ਦਿੰਦੀਆਂ, ਮੈਨੂੰ ਮੇਰੇ ਮੋਏ ਖਾਵੰਦ ਦੀ ਸੜਦੀ ਚਿਤਾ ਤੇ ਲਿਜਾ ਬਿਠਾਉਂਦੀਆਂ ਤੇ ਮੈਂ ਜਿਉਂਦੀ ਸਾੜ ਦਿੱਤੀ ਜਾਂਦੀ। ਸੋਚੋ ਕਿ ਜੇ ਮੈਂ ਕਿਸੇ ਮੱਧ ਪੂਰਬੀ ਮੁਲਕ ਵਿੱਚ ਜੰਮ ਪੈਂਦੀ ਤਾਂ ਮੇਰਾ ਸਰਕਮਸੀਜ਼ਨ ਕਰ ਦਿੱਤਾ ਜਾਂਦਾ, ਸੁੰਨਤਾਂ, ਤਾਂ ਕਿ ਸਾਰੀ ਉਮਰ ਮੈਨੂੰ ਨਾ ਸੈਕਸ ਦਾ ਅਹਿਸਾਸ ਹੋਵੇ, ਨਾ ਮੈਂ ਸੈਕਸ ਬਾਰੇ ਜਾਣ ਸਕਾਂ, ਕਿ ਸਾਰੀ ਉਮਰ ਮੇਰੇ ਨਾਲ ਸਿਰਫ ਬਲਾਤਕਾਰ ਹੁੰਦਾ ਰਵੇ ਤੇ ਮੈਂ ਧੜਾ-ਧੜ ਬੱਚੇ ਜੰਮ ਕੇ ਆਪਣੇ ਖਾਵੰਦ ਦੇ ਖਾਨਦਾਨ ਨੂੰ ਅਗਾਂਹ ਤੋਰਦੀ ਰਵਾਂ, ਕਿ ਮੈਨੂੰ ਕਦੀ ਪਤਾ ਹੀ ਨਾ ਲੱਗੇ ਕਿ ਜਿਸਮ ਦੀ ਭੁੱਖ ਪਿਆਸ ਕੀ ਹੁੰਦੀ ਏ, ਕਿ ਜਦੋਂ ਉਹ ਭੁੱਖ ਪਿਆਸ ਮਿਟੇ, ਰੱਜ ਆਵੇ ਤਾਂ ਕਿਹੋ ਜਿਹਾ ਇਲਾਹੀ ਅਹਿਸਾਸ ਹੁੰਦਾ ਏ। ਇਸ ਅਹਿਸਾਸ ਤੋਂ ਮਹਿਰੂਮ ਰੱਖਣ ਨਾਲ ਹੀ ਮੇਰੀ ਪਾਕੀਜ਼ਗੀ ਵਾਬਸਤਾ ਸਮਝੀ ਜਾਂਦੀ। ਪਾਕ ਦਾਮਨ ਔਰਤਾਂ ਨੂੰ ਸੈਕਸ ਬਾਰੇ ਕੁਝ ਪਤਾ ਨਹੀਂ ਹੋਣਾ ਚਾਹੀਦਾ, ਚਾਹੇ ਰੋਜ਼ ਉਹਦਾ ਖਾਵੰਦ ਉਹਦੇ ਨਾਲ ਸਵੇਂ। ਮੇਰੇ ਜਿਸਮ ਵਿੱਚੋਂ ਸਾਰੇ ਅਹਿਸਾਸਾਂ ਨੂੰ ਕਤਲ ਕਰਕੇ, ਜ਼ਿਬਾ ਕਰਕੇ ਪਰਾਂ ਸੁੱਟ ਦਿੱਤਾ ਜਾਂਦਾ ਜਦੋਂ ਮੈਨੂੰ ਅਜੇ ਪਤਾ ਵੀ ਨਾ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ ਏ। ਮੇਰੇ ਜਿਸਮ ਨੂੰ ਸਿਰਫ ਵਰਤਣ ਵਾਲੀ ਕੋਈ ਚੀਜ਼, ਮਹਿਜ਼ ਕੋਈ ਭਾਂਡਾ ਟੀਂਡਾ ਬਣਾ ਦਿੱਤਾ ਜਾਂਦਾ ਤੇ ਮੈਂ ਮਨੁੱਖੀ ਜ਼ਿੰਦਗੀ ਦੇ ਸਭ ਤੋਂ ਅਹਿਮ ਸੁੱਖ ਤੋਂ ਗਾਫਲ ਵੀ ਰਹਿ ਜਾਂਦੀ ਤੇ ਮਹਿਰੂਮ ਵੀ। ਸੋਚੋ ਕਿ ਜੇ ਮੈਂ ਕਿਸੇ ਇਹੋ ਜਿਹੇ ਮੁਲਕ ਵਿੱਚ ਪੈਦਾ ਹੋ ਜਾਂਦੀ ਜਿੱਥੇ ਸਿਰਫ ਕਿਸੇ ਦਾ ਇਲਜ਼ਾਮ ਲਗਾ ਦੇਣਾ ਕਿ ਮੈਨੂੰ ਫਲਾਣੇ ਮਰਦ ਨਾਲ ਇਕੱਲਿਆਂ ਵੇਖਿਆ ਗਿਆ ਏ ਕਾਫੀ ਹੁੰਦਾ ਕਿ ਮੈਨੂੰ ਕੋੜੇ ਮਾਰ ਕੇ, ਕੋੜੇ ਜਾਣਦੇ ਹੋ ਨਾ ਤੁਸੀਂ, ਮਜ਼ਬੂਤ ਚਮੜੇ ਦੀਆਂ ਚਾਬਕਾਂ ਜਿਹੜੀਆਂ ਸ਼ੂਕਰ ਦੀਆਂ ਹੋਈਆਂ ਪਿੱਠ ਤੇ ਵੱਜਣ ਤਾਂ ਆਪਣੇ ਨਾਲ ਥੋੜ੍ਹਾ ਜਿਹਾ ਮਾਸ ਹਰ ਵਾਰੀ ਉਧੇੜ ਕੇ ਲੈ ਜਾਂਦੀਆਂ ਨੇ। ਹਰ ਕੋੜੇ ਨਾਲ ਮਾਸ ਦੇ ਪਰਖਚੇ ਉੱਡਦੇ ਜਾਂਦੇ ਨੇ। ਜੇ ਚਮੜਾ ਭਿੱਜਿਆ ਹੋਇਆ ਹੋਵੇ ਤਾਂ ਹੋਰ ਵੀ ਮਾਰੂ ਹੋ ਸਕਦਾ ਏ, ਤਾਂ ਮੈਨੂੰ ਕੋੜੇ ਮਾਰ ਕੇ ਜਾਂ ਪੱਥਰ ਮਾਰ ਕੇ ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਮਾਰ ਮੁਕਾਣਾ ਸਵਾਬ ਦਾ ਕੰਮ ਸਮਝਿਆ ਜਾਂਦਾ ਤੇ ਸਵਾਬ ਖੱਟਣ ਲਈ ਹਰ ਮਰਦ ਤਿਆਰ ਹੁੰਦਾ, ਭਾਵੇਂ ਉਹਨਾਂ ਵਿੱਚੋਂ ਹੀ ਕਿਸੇ ਦੀ ਖਾਤਰ ਮੈਨੂੰ ਕੋੜੇ ਜਾਂ ਪੱਥਰ ਮਾਰੇ ਜਾ ਰਹੇ ਹੁੰਦੇ। ਸੋਚੋ ਕਿ ਜੇ ਮੈਂ ਕਿਸੇ ਮੰਦਰ ਦੀ ਦੇਵਦਾਸੀ ਦੇ ਘਰ ਜੰਮ ਪੈਂਦੀ ਤਾਂ ਪੂਰੇ ਪਿੰਡ ਦੇ ਦੇਵਤਿਆਂ ਦੀ ਸੇਵਾ ਕਰਨੀ ਮੇਰਾ ਧਰਮ ਬਣ ਜਾਂਦਾ। ਮੈਨੂੰ ਇਹੀ ਸਿਖਾਇਆ ਜਾਂਦਾ ਕਿ ਇਸ ਤਰ੍ਹਾਂ ਪੂਰੇ ਪਿੰਡ ਦੇ ਮਰਦਾਂ ਦੀ ਹਵਸ ਲਈ ਸੇਜ ਬਣ ਕੇ ਵਿੱਚ ਜਾਣ ਵਾਲਾ ਮੇਰਾ ਜਿਸਮ ਪਿੰਡ ਦੇ ਦੇਵਤਾ ਨੂੰ ਖੁਸ਼ ਕਰ ਰਿਹਾ ਏ, ਜਾਂ ਦੇਵੀ ਨੂੰ,
ਜਿਹਦਾ ਵੀ ਮੰਦਰ ਉਸ ਪਿੰਡ ਵਿੱਚ ਹੁੰਦਾ, ਤੇ ਅੱਗੋਂ ਮੇਰੀ ਕੁੱਖ ਵਿੱਚੋਂ ਪੈਦਾ ਹੋਣ ਵਾਲੀਆਂ ਮੇਰੀਆਂ ਧੀਆਂ ਵੀ ਉਹੀ ਕਿਸਮਤ ਹੰਢਾਉਂਦੀਆਂ। ਸੋਚੋ, ਜੇ ਮੈਂ ਦੱਖਣ ਦੇ ਕਿਸੇ ਅਜਿਹੇ ਪਿੰਡ ਵਿੱਚ ਪੈਦਾ ਹੋ ਜਾਂਦੀ ਜਿੱਥੇ ਯੱਲਮਾ ਦੇਵੀ ਵਿੱਚ ਆਸਥਾ ਰੱਖਣ ਵਾਲੇ ਸਿੱਧ ਪੱਧਰੇ ਲੋਕ ਰਹਿੰਦੇ ਹੁੰਦੇ, ਜਾਂ ਤੇ ਮੇਰੀ ਮਾਂ ਨੇ ਹੀ ਜ਼ਰੂਰਤ ਤੋਂ ਜ਼ਿਆਦਾ ਧੀਆਂ ਜੰਮ ਧਰੀਆਂ ਹੁੰਦੀਆਂ ਤੇ ਮੇਰਾ ਪਿਓ ਤੇ ਚਾਚੇ ਤਾਏ ਤੇ ਦਾਦਾ ਬਹਾਨਾ ਲੱਭ ਰਹੇ ਹੁੰਦੇ ਕਿ ਕਿਸ ਤਰ੍ਹਾਂ ਮੈਨੂੰ ਗਲੋਂ ਲਾਹਿਆ ਜਾਵੇ, ਤੇ ਜਾਂ ਫਿਰ ਉਸ ਪਿੰਡ ਵਿੱਚੋਂ ਕੋਠਿਆਂ ਤੇ ਬਿਠਾਉਣ ਲਈ ਕੁੜੀਆਂ ਲੱਭ ਕੇ ਵੇਚਣ ਵਾਲਾ ਕੋਈ ਗਰੋਹ ਘੁੰਮ ਰਿਹਾ ਹੁੰਦਾ ਜਿਸ ਨੇ ਉਸੇ ਪਿੰਡ ਦੇ ਕਿਸੇ ਤੀਵੀਂ ਮਰਦ ਨੂੰ ਆਪਣੇ ਨਾਲ ਰਲਾ ਲਿਆ ਹੁੰਦਾ। 4 ਪੈਸਿਆਂ ਦੀ ਖਾਤਰ 4 ਦਿਨ ਰੱਜ ਕੇ ਰੋਟੀ ਖਾ ਸਕਣ ਦੇ ਲਾਲਚ ਵਿੱਚ ਉਹ ਮੇਰੇ ਸਿਰ ਤੇ ਪਿਆਰ ਦੇਣ ਦੇ ਬਹਾਨੇ ਮੇਰੇ ਵਾਲਾਂ ਦੀ ਲਿਟ ਤੇ ਗੂੰਦ ਲਿੰਬ ਦਿੰਦੇ। 4-5 ਦਿਨਾਂ ਮਗਰੋਂ ਜਦੋਂ ਮੇਰੀ ਮਾਂ ਮੇਰਾ ਸਿਰ ਵਾਹੁੰਦੀ ਤਾਂ ਉਹ ਜਟੂਰੀ ਵਰਗੀ ਲਿਟ ਵੇਖ ਕੇ ਘਬਰਾ ਜਾਂਦੀ। ਇਹ ਤਾਂ ਦੇਵੀ ਯੱਲਮਾ ਦੀ ਜਟੂਰੀ ਏ, ਇਹਨੂੰ ਤਾਂ ਦੇਵੀ ਯੱਲਮਾ ਨੇ ਆਵਾਜ਼ ਮਾਰ ਲਈ ਏ, ਮੰਗ ਲਿਆ ਏ ਸਾਡੇ ਕੋਲੋਂ। ਇਸ ਮੁਲਕ ਵਿੱਚ ਤੂਫਾਨਾਂ ਤੇ ਭੁਚਾਲਾਂ ਵੱਲੋਂ ਅਣਗਹਿਲੀ ਕੀਤੀ ਜਾ ਸਕਦੀ ਏ, ਦੇਵੀਆਂ ਦੇਵਤਿਆਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸੋ ਮੈਨੂੰ ਨੁਹਾ ਧੁਆ ਕੇ, ਸੰਧੂਰ ਨਾਲ ਸ਼ਿੰਗਾਰ ਕੇ, ਢੋਲ ਮੰਜੀਰੇ ਵਜਾਉਂਦਿਆਂ ਦੇਵੀ ਯੱਲਮਾ ਦੇ ਮੰਦਰ ਵਿੱਚ ਮੇਰਾ ਚੜਾਵਾ ਚੜਾ ਦਿੱਤਾ ਜਾਂਦਾ, ਜਿੱਥੋਂ ਕੁਝ ਚਿਰ ਮਗਰੋਂ ਜਦੋਂ ਮੈਂ ਜਵਾਨ ਹੋਣ ਲੱਗਦੀ ਮੈਨੂੰ ਕਿਸੇ ਵੱਡੇ ਸ਼ਹਿਰ ਦੇ ਕਿਸੇ ਗਲੀਜ਼ ਕੋਠੇ ਤੇ ਪਹੁੰਚਾ ਦਿੱਤਾ ਜਾਂਦਾ। ਸੋਚੋ, ਜੇ ਮੈਂ ਕਿਸੇ ਪਿੰਡ ਦੇ ਕਿਸੇ ਕੰਮੀ ਕਮੀਣ ਦੇ ਘਰ ਜੰਮ ਪਈ ਹੁੰਦੀ ਹਿੰਦੁਸਤਾਨ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਦੇ ਕਿਸੇ ਵੀ ਕਸਬੇ ਦੇ ਕਿਸੇ ਵੀ ਪਿੰਡ ਵਿੱਚ, ਤਾਂ ਜਿਨ੍ਹਾਂ ਜਾਗੀਰਦਾਰਾਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਮੇਰਾ ਪਿਓ ਵਾਹੁੰਦਾ ਹੁੰਦਾ, ਉਹਨਾਂ ਵਿੱਚੋਂ ਕੋਈ ਵੀ ਕਿਸੇ ਵੇਲੇ ਵੀ ਮੈਨੂੰ ਚੁੱਕ ਕੇ ਲੈ ਜਾਂਦਾ ਤੇ ਵਰਤ ਕੇ ਰੋਲ ਮਿੱਧ ਕੇ ਸੁੱਟ ਦਿੰਦਾ। ਪੂਰੇ ਪਿੰਡ ਵਿੱਚੋਂ ਚੂੰ ਦੀ ਵੀ ਆਵਾਜ਼ ਨਾ ਆਉਂਦੀ, ਕਿਉਂਕਿ ਪਿੰਡ ਦੀਆਂ ਤਮਾਮ ਕੁੜੀਆਂ ਤੇ, ਬਾਲੜੀਆਂ ਤੇ, ਜਵਾਨ ਹੋ ਰਹੀਆਂ ਕੁੜੀਆਂ ਤੇ, ਜਵਾਨ ਹੋ ਚੁੱਕੀਆਂ ਕੁੜੀਆਂ ਤੇ ਪਹਿਲਾ ਹੱਕ ਪਿੰਡ ਦੇ ਮਾਲਕਾਂ ਦਾ ਹੀ ਬਣਦਾ ਏ। ਇਹ ਯਕੀਨ ਸਭਨਾਂ ਨੂੰ ਸਦੀਆਂ ਪਹਿਲੋਂ ਕਰਵਾ ਦਿੱਤਾ ਗਿਆ ਸੀ, ਤੇ ਹੁਣ ਸਾਰੇ ਲੋਕ ਇਸੇ ਯਕੀਨ ਨੂੰ ਧੁੰਨੀ ਦੇ ਅੰਦਰਵਾਰ ਲੈ ਕੇ ਹੀ ਜੰਮਦੇ ਸਨ। ਮਾਂ ਦੇ ਜਿਸਮ ਨੂੰ ਬੱਚੇ ਦੇ ਜਿਸਮ ਨਾਲ ਜੋੜਨ ਵਾਲਾ ਨਾੜੂ ਉਹਨਾਂ ਸਦੀਆਂ ਪੁਰਾਣੀਆਂ ਰਵਾਇਤਾਂ, ਯਕੀਨਾਂ ਬੇਯਕੀਨੀਆਂ, ਡਰਾਂ, ਇੱਜ਼ਤਾਂ ਬੇਇੱਜ਼ਤੀਆਂ ਦੇ ਮਾਪ ਤੋਲਾਂ, ਖੁਸ਼ੀਆਂ ਗਮੀਆਂ ਦੇ ਮਿਆਰਾਂ, ਵਸਾ ਤੇ ਬੇਵਸਾਈਆਂ ਤੇ ਮਰ ਕੇ ਜਿਉਣ ਦੀ ਸਾਰੀ ਜਾਚ ਨੂੰ ਜੰਮਣ ਤੋਂ ਪਹਿਲਾਂ ਹੀ ਹਰ ਮਨੁੱਖ ਦੀ ਧੁੰਨੀ ਦੇ ਅੰਦਰ ਪਹੁੰਚਾ ਦਿੰਦਾ ਏ, ਮਾਂ ਦੇ ਢਿੱਡ ਵਿੱਚ ਹੀ। ਬੱਚਾ ਜੰਮਣ ਤੋਂ ਮਗਰੋਂ ਨਾੜੂ ਕੱਟ ਦਿੱਤਾ ਜਾਂਦਾ ਏ, ਪਰ ਨਾੜੂ ਰਾਹੀਂ ਧੁੰਨੀ ਦੇ ਪਾਰ ਪਹੁੰਚ ਚੁੱਕੀ ਇਹ ਪੋਟਲੀ ਉੱਥੇ ਹੀ ਟਿਕੀ ਰਹਿੰਦੀ ਏ ਤਾ ਉਮਰ। ਹਰ ਮਾਂ ਦੇ ਲਹੂ ਵਿੱਚੋਂ ਤਰਦੀ ਇਹ ਹਰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹਦੇ ਪਿੰਡੇ ਦੇ ਅੰਦਰਵਾਰ ਜਾ ਕੇ ਲੁਕ ਜਾਂਦੀ ਏ। ਹਰ ਬੰਦੇ ਦੀ ਤਮਾਮ ਜ਼ਿੰਦਗੀ ਨੂੰ, ਉਹਦੀਆਂ ਸੋਚਾਂ ਅਸੋਚਾਂ ਤੇ ਸੁਪਨਿਆਂ ਅਸੁਪਨਿਆਂ ਨੂੰ ਭੰਨਣ ਘੜਨ ਦੀ ਜ਼ਿੰਮੇਵਾਰੀ ਇਸੇ ਪੋਟਲੀ ਦੀ ਹੁੰਦੀ ਏ। ਇਹੀ ਮਨੁੱਖ ਦੀ ਜ਼ਿੰਦਗੀ ਦੇ ਸਾਰੇ ਰਾਹ, ਸਾਰੇ ਫੈਸਲੇ ਤੈਅ ਕਰਦੀ ਏ। ਇਸੇ ਕਰਕੇ ਸਾਰਾ ਪਿੰਡ ਇਹੀ ਸੋਚਦਾ ਕਿ ਕੁੜੀਆਂ ਤੇ ਪਹਿਲਾ ਹੱਕ ਤਾਂ ਪਿੰਡ ਦੇ ਮਾਲਕਾਂ ਦਾ ਬਣਦਾ ਹੀ ਹੋਇਆ। ਸ਼ਾਇਦ ਇੱਥੋਂ ਤੱਕ ਵੀ ਹੁੰਦਾ ਕਿ ਮੇਰੇ ਵਿਆਹ ਤੋਂ ਮਗਰੋਂ ਪਹਿਲੀ ਰਾਤ ਪਿੰਡ ਦੇ ਉਸ ਮਾਲਕ ਨਾਲ ਬਿਤਾਉਣ ਲਈ ਮੇਰਾ ਖਾਵੰਦ ਖੁਦ ਮੈਨੂੰ ਲਿਜਾ ਕੇ ਉਹਦੀ ਦਹਲੀਜ਼ ਵੀ ਟਪਾ ਆਉਂਦਾ ਤੇ ਹੱਥ ਜੋੜ ਕੇ ਮੱਥਾ ਵੀ ਟੇਕ ਆਉਂਦਾ। ਪਰ ਇਹ ਸਭ ਤਾਂ ਅੱਜ ਸੋਚ ਰਹੀ ਹਾਂ ਨਾ। ਉਸ ਜ਼ਮਾਨੇ ਵਿੱਚ ਤਾਂ ਇਹੀ ਲੱਗਦਾ ਸੀ ਕਿ ਮੇਰੇ ਵਰਗੀ ਬਦਨਸੀਬੀ ਕਿਸੇ ਦੀ ਹੈ ਹੀ ਨਹੀਂ। 26 ਵਿਆਹ ਹੋ ਗਿਆ। ਮੈਨੂੰ ਕਰਨਾਲ ਲੈ ਜਾਇਆ ਗਿਆ। ਪਟੇਲ ਨਗਰੋਂ ਕਿਸੇ ਕਾਰ ਵਿੱਚ ਰੇਲਵੇ ਸਟੇਸ਼ਨ ਤੋਂ ਗੱਡੀ, ਕਰਨਾਲ ਰੇਲਵੇ ਸਟੇਸ਼ਨ ਤੋਂ ਫਿਰ ਕੋਈ ਕਾਰ, ਸੜਕਾਂ ਤੋਂ ਬਾਅਦ ਨੀਮ ਰੌਸ਼ਨ ਗਲੀਆਂ ਦਾ ਜਾਲ, ਫਿਰ ਇੱਕ ਚੌੜੇ ਦਰਵਾਜ਼ੇ ਦੇ ਬਾਹਰ ਰੁਕਦੀ ਮੋਟਰ ਦੇ ਦੁਆਲੇ ਕੁਝ ਤੀਵੀਆਂ ਅਣਮੰਨੀ ਜਿਹੀ ਆਵਾਜ਼ ਵਿੱਚ ਗੁਣਗੁਣ ਗਾਉਂਦੀਆਂ ਪਤਾ ਨਹੀਂ ਕੀ। ਕਾਰ ਵਿੱਚੋਂ ਲਾਹ ਕੇ ਮੈਨੂੰ ਦਰਵਾਜ਼ੇ ਦੇ ਅੰਦਰ ਲੈ ਜਾਇਆ ਗਿਆ। ਨਹੀਂ, ਕਿਸੇ ਨੇ ਤੇਲ ਨਹੀਂ ਚੋਇਆ, ਕਿਸੇ ਨੇ ਪਾਣੀ ਨਹੀਂ ਵਾਰਿਆ। ਉਦੋਂ ਨਹੀਂ ਪਤਾ ਲੱਗਾ, ਮੈਨੂੰ ਖਿਆਲ ਵੀ ਨਹੀਂ ਆਇਆ। ਮਗਰੋਂ ਜਦੋਂ ਬਹੁਤ ਸਾਰਾ ਕੂੜਾ ਕਬਾੜਾ ਮੇਰੇ ਦੁਆਲੇ ਆਣ ਇਕੱਠਾ ਹੋਇਆ ਤਾਂ ਗੁਜ਼ਰੀਆਂ ਘਟਨਾਵਾਂ ਯਾਦ ਆਉਣ ਲੱਗੀਆਂ। ਮਨ ਇੱਕ ਛਾਨਣੀ ਵਾਂਗੂ ਛੋਟੀਆਂ-ਛੋਟੀਆਂ ਗੱਲਾਂ ਦੀ ਪੁਣਛਾਣ ਕਰਨ ਲੱਗਾ। ਇਸ ਪੁਣਛਾਣ ਵਿੱਚੋਂ ਕੁਝ ਸਮਝ ਆਉਂਦਾ ਸੀ, ਕੁਝ ਨਹੀਂ ਵੀ ਸੀ ਆਉਂਦਾ। ਬੂਹਿਓਂ ਅੰਦਰ ਵੜਦਿਆਂ ਹੀ ਸਭ ਤੋਂ ਪਹਿਲੀ ਚੀਜ਼ ਜਿਹਦਾ ਅਹਿਸਾਸ ਹੋਇਆ ਉਹ ਬਦਬੂ ਦਾ ਭਬਕਾ ਸੀ। ਬੂਹੇ ਦੇ ਅੰਦਰ ਲੰਘਦਿਆਂ ਹੀ ਖੱਬੇ ਹੱਥ ਲੈਵੈਟਰੀ ਸੀ, ਲਾਹੌਰ ਵਰਗੀ, ਫਲਸ਼ ਤੋਂ ਬਿਨਾਂ। ਪਰ ਲਾਹੌਰ ਦੀ ਲੈਵੈਟਰੀ ਧੁਰ ਕੋਠੇ ਤੇ ਧੁਰ ਪਰਲੇ ਕੋਨੇ ਵਿੱਚ ਹੋਇਆ ਕਰਦੀ ਸੀ ਤੇ ਆਪਣੀ ਬੋ ਨੂੰ ਖਿਲਰਨ ਨਹੀਂ ਸੀ ਦਿੰਦੀ। ਪਰ ਇਹ ਲੈਵੈਟਰੀ ਤੇ ਇਹਦੀ ਬੋ ਪੂਰੇ ਘਰ ਦਾ ਅਨਿੱਖੜਵਾਂ ਹਿੱਸਾ ਸਨ। ਰਤਾ ਅਗਾਂਹ ਗੋਹਿਆਂ ਦੀ ਤੇ ਖੁਰਲੀ ਦੀ ਤੇ ਡੰਗਰਾਂ ਦੇ ਪਿੰਡੇ ਦੀ ਹਵਾਂਕ ਸੀ। ਭਾਵੇਂ ਮੱਝ ਤੇ ਉਹਦਾ ਕੱਟਾ ਉਸ ਵੇਲੇ ਅੰਦਰ ਵਿਹੜੇ ਵਿੱਚ ਨਹੀਂ, ਬਾਹਰਲੀ ਗਲੀ ਵਿੱਚ ਕਿੱਲੇ ਨਾਲ ਬੱਝੇ ਹੋਏ ਸਨ। ਉਂਝ ਮੱਝ ਤੇ ਕੱਟੇ ਬਾਰੇ ਅਗਲੀ ਸਵੇਰ ਪਤਾ ਲੱਗਾ। ਉਸ ਵੇਲੇ ਤਾਂ ਬਸ ਉਹਨਾਂ ਦੇ ਪਿੰਡੇ ਦੀ ਹਵਾਂਕ ਤੇ ਗੋਹੇ ਦੀ ਤੇ ਖੁਰਲੀ ਦੀ ਗੰਧ ਦਾ ਅਹਿਸਾਸ ਹੋਇਆ। ਵਰਾਂਡੇ ਦੇ ਕੋਲੇ ਦੇ ਨੇੜੇ ਇੱਕ ਪਲੰਘ ਵਿਛਿਆ ਹੋਇਆ ਸੀ ਜਿਹਦੇ ਤੇ ਮੈਨੂੰ ਬਿਠਾ ਦਿੱਤਾ ਗਿਆ। ਘਰ ਵਿੱਚ ਕਾਫੀ ਗੁਪਚੁਪ ਖਾਮੋਸ਼ੀ ਸੀ। ਅੱਜ ਪਿੱਛੇ ਮੁੜ ਕੇ ਮੈਂ ਆਪਣੇ ਆਪ ਨੂੰ ਵੇਖ ਸਕਦੀ ਹਾਂ। ਪਲੰਘ ਤੇ ਬੈਠੀ ਇੱਕ ਗੁਲਾਬੀ ਜਿਹੀ ਗੰਢੜੀ, ਰੇਸ਼ਮੀ ਗੁਲਾਬੀ ਸੂਟ ਵਿੱਚ ਲਿਪਟੀ, ਗੁਲਾਬੀ ਦੁਪੱਟੇ ਦੀ ਬੁੱਕਲ ਵਿੱਚ ਪਸੀਨੇ ਨਾਲ ਨਹਾਤੀ। ਅਕਤੂਬਰ ਦੀ 5 ਤਰੀਕ ਦੀ ਡੂੰਘੀ ਤਰਕਾਲ ਵਿੱਚ ਚੌਂ ਪਾਸਿਓਂ ਬੰਦ ਵਿਹੜੇ ਵਿੱਚ
ਆਂਢ ਗੁਆਂਢ ਦੀਆਂ ਤੇ ਰਿਸ਼ਤੇਦਾਰ ਤੀਵੀਆਂ ਵਿੱਚ ਘਿਰੀ ਪਸੀਨੇ ਨਾਲ ਗੜੁੱਚ। ਮੈਨੂੰ ਅੱਜ ਵੀ ਜਦੋਂ ਉਹ ਘੜੀ ਯਾਦ ਆਉਂਦੀ ਏ ਤੇ ਸੂਟ ਤੇ ਲੱਗਾ ਗੋਟਾ ਜ਼ਰੀ ਚੁੱਭਦੇ ਨੇ, ਵੀਣੀਆਂ ਵਿੱਚ ਪਏ ਸੂਹੇ ਚੂੜੇ ਨਾਲੋਂ ਲਟਕਦੇ ਕਲੀਰੇ ਚੁੱਭਦੇ ਨੇ ਤੇ ਗਹਿਣਿਆਂ ਨੂੰ ਹੱਥ ਲਾ ਲਾ ਕੇ ਵੇਖਦੀਆਂ ਤੀਵੀਆਂ ਦੀਆਂ ਤੋਲਦੀਆਂ ਪਰਖਦੀਆਂ ਨਜ਼ਰਾਂ ਚੁੱਭਦੀਆਂ ਨੇ। ਅੱਜ ਵੀ ਉਹ ਘੜੀ ਯਾਦ ਕਰਕੇ ਮੈਂ ਪਸੀਨੇ ਵਿੱਚ ਨਹਾ ਜਾਂਦੀ ਹਾਂ ਤੇ ਮੇਰੇ ਆਲੇ ਦੁਆਲੇ ਮੈਨੂੰ ਘੇਰ ਕੇ ਖਲੋਤੀਆਂ ਬੈਠੀਆਂ ਔਰਤਾਂ ਦੇ ਲਫ਼ਜ਼, ਲੈ ਉਹਦੇ ਨਾਲੋਂ ਤੇ ਸਵਾਈ ਸੋਹਣੀ ਏ। ਉਹਦੇ ਨਾਲੋਂ? ਕਿਹਦੇ ਨਾਲੋਂ? ਮੇਜ਼ ਤੇ ਰੋਟੀ ਰੱਖ ਦਿੱਤੀ ਗਈ। ਸਾਰੇ ਰੋਟੀ ਖਾਣ ਲੱਗੇ। ਚਿਕਨ ਸੀ ਤੇ ਮਟਰ ਸਨ ਸ਼ਾਇਦ। ਮੈਂ ਮਸਾਂ ਅੱਧੀ ਰੋਟੀ ਖਾਧੀ। ਉਦੋਂ ਤੱਕ ਮੇਰੇ ਖਾਵੰਦ ਸ਼ਾਇਦ 5-6 ਰੋਟੀਆਂ ਖਾ ਚੁੱਕੇ ਸਨ। ਮੇਜ਼ ਤੋਂ ਉੱਠ ਗਏ। ਮੈਂ ਵੀ ਉੱਠ ਗਈ। ਕਿਸੇ ਨੂੰ ਨਾ ਪਤਾ ਲੱਗਾ ਤੇ ਨਾ ਹੀ ਧਿਆਨ ਆਇਆ ਕਿ ਸ਼ਾਇਦ ਮੈਂ ਭੁੱਖੀ ਹੀ ਉੱਠ ਗਈ ਸਾਂ। ਦਾਰਜੀ ਦੇ ਘਰ ਸਾਰੇ 2-2 ਫੁਲਕੇ ਖਾਂਦੇ ਸਨ। ਉਨੀ ਹੀ ਭੁੱਖ ਲੱਗਦੀ ਸੀ 2 ਫੁਲਕਿਆਂ ਜਿੰਨੀ। 2 ਫੁਲਕਿਆਂ ਨਾਲ ਹੀ ਰੱਜ ਆਉਂਦਾ ਸੀ। ਪਰ ਉਸ ਰਾਤ ਅੱਧੀ ਰੋਟੀ ਖਾਣ ਲਈ ਵੀ ਬਹੁਤ ਮਿਹਨਤ ਕਰਨੀ ਪਈ। ਰੋਟੀ ਤੋਂ ਮਗਰੋਂ ਮੇਰੀ ਨਨਾਣ ਮੈਨੂੰ ਕੋਠੇ ਤੇ ਲੈ ਗਈ, ਬਰਸਾਤੀ ਵਿੱਚ। ਬਰਸਾਤੀ ਤੋਂ ਬਾਹਰਲੇ ਕੋਠੇ ਤੇ 2 ਮੰਜੀਆਂ ਵਿਛੀਆਂ ਹੋਈਆਂ ਸਨ। ਉਹਨਾਂ ਵਿੱਚੋਂ ਹੀ ਇੱਕ ਮੰਜੀ ਤੇ ਮੈਨੂੰ ਬਿਠਾ ਗਈ। ਜਾਂਦੀ ਜਾਂਦੀ ਕਹਿ ਗਈ, ਤੁਹਾਡੇ ਟਰੰਕ ਅੰਦਰ ਕਮਰੇ ਵਿੱਚ ਪਏ ਨੇ, ਜੇ ਕੱਪੜੇ ਬਦਲਨੇ ਹੋਣ ਤਾਂ ਬਦਲ ਲੈਣੇ। ਮੈਨੂੰ ਰਾਤੀ ਨਹਾਉਣ ਦੀ ਆਦਤ ਸੀ। ਉੱਤੇ ਬਰਸਾਤੀ ਵਿੱਚ ਤਾਂ ਅੱਖਾਂ ਤੇ ਛੱਟਾ ਮਾਰਨ ਜੋਗਾ ਪਾਣੀ ਵੀ ਨਹੀਂ ਸੀ। ਮੈਂ ਟਰੰਕ ਖੋਲ੍ਹਿਆ। ਨਾਈਟੀ ਪਾ ਲੈਣੀ ਚਾਹੀਦੀ ਏ? ਨਹੀਂ, ਅਜੇ ਤੇ ਸ਼ਾਇਦ ਮੈਨੂੰ ਇਹਨਾਂ ਹੀ ਕੱਪੜਿਆਂ ਵਿੱਚ ਰਹਿਣਾ ਚਾਹੀਦਾ ਏ। ਮੇਰੇ ਖਾਵੰਦ ਉੱਤੇ ਆ ਲੈਣ, ਫਿਰ ਉਹਨਾਂ ਕੋਲੋਂ ਪੁੱਛ ਕੇ। ਮੈਂ ਆਸ-ਪਾਸ ਤੱਕਿਆ। ਇੱਕ ਕੋਨੇ ਵਿੱਚ ਕਣਕ ਦਾ ਢੇਰ ਸੀ, ਦੂਜੇ ਕੋਨੇ ਵਿੱਚ ਗੰਢਿਆਂ ਦਾ ਢੇਰ। ਕੰਧ ਨਾਲ ਰਜ਼ਾਈਆਂ ਵਾਲੇ ਵੱਡੇ ਟਰੰਕਾਂ ਦੇ ਉੱਤੇ ਛੋਟੇ ਵੱਡੇ ਟਰੰਕਾਂ ਦਾ ਢੇਰ। ਟਰੰਕਾਂ ਦਾ ਪਹਾੜ, ਬਦਹਵਾਸ ਜਿਹੇ ਮੈਲੇ ਬਦਰੰਗ ਟਰੰਕਾਂ ਦਾ ਉੱਧੜ-ਗੁੱਧੜਾ ਢੇਰ। ਇੱਕ ਪਾਸੇ ਪੁਰਾਣੀਆਂ ਰਜ਼ਾਈਆਂ ਤੁਲਾਈਆਂ ਵਿੱਚੋਂ ਕੱਢਿਆ ਲੋਗੜ ਸੀ। ਅਗਲੇ ਮਹੀਨੇ ਠੰਡ ਉੱਤਰ ਆਵੇਗੀ। ਠੰਡ ਦੇ ਮੌਸਮ ਤੋਂ ਪਹਿਲਾਂ ਸ਼ਾਇਦ ਪੁਰਾਣਾ ਲੋਗੜ ਕੱਢ ਕੇ ਪਿੰਜਵਾਣ ਲਈ ਰੱਖਿਆ ਹੋਇਆ ਸੀ। ਛੱਤ ਨਾਲੋਂ ਤੇ ਕੰਧਾਂ ਦੇ ਕੋਨਿਆਂ ਤੋਂ ਜਾਲੇ ਲਟਕ ਰਹੇ ਸਨ। ਫਰਸ਼ ਤੋਂ ਛੱਤ ਤੱਕ ਬਦਹਵਾਸੀ ਤੇ ਮਿੱਟੀ ਤੇ ਜਾਲੇ ਭਰੇ ਹੋਏ ਸਨ ਤੇ ਕਮਰੇ ਦੇ ਵਿਚਕਾਰ ਮੇਰੇ ਦਾਜ ਨਾਲ ਭਰੇ ਤਕਰੀਬਨ 10 ਟਰੰਕਾਂ ਵਿੱਚੋਂ ਇੱਕ ਟਰੰਕ ਤੇ ਇੱਕ ਛੋਟਾ ਸੂਟਕੇਸ ਪਿਆ ਸੀ। 27 ਮੇਰੇ ਖਾਵੰਦ ਦੇ ਬੂਟਾਂ ਦੀ ਆਵਾਜ਼ ਪੌੜੀਆਂ ਤੋਂ ਉੱਤੇ ਆ ਰਹੀ ਸੀ। ਮੈਂ ਕੰਬ ਗਈ ਤੇ ਕੰਬਦੀ ਵਾਪਸ ਬਾਹਰ ਕੋਠੇ ਤੇ ਵਿਛੀ ਮੰਜੀ ਤੇ ਜਾ ਬੈਠੀ। ਉਹਨਾਂ ਉੱਤੇ ਆਉਂਦਿਆਂ ਸਾਰ ਕਿਹਾ, ਕੀ ਗੱਲ, ਅਜੇ ਤੱਕ ਇਹ ਸਭ ਫਜ਼ੂਲ ਚੀਜ਼ਾਂ ਨਹੀਂ ਲਾਈਆਂ? ਉਹਨਾਂ ਮੇਰੇ ਕਲੀਰਿਆਂ ਵੱਲ ਹੱਥ ਕਰਕੇ ਕਿਹਾ। ਪਹਿਲੀ ਗੁਫ਼ਤਗੂ ਇਹੀ ਸੀ, ਅਜੇ ਤੱਕ ਇਹ ਸਭ ਫਜ਼ੂਲ ਚੀਜ਼ਾਂ ਨਹੀਂ ਲਾਈਆਂ? ਮੈਂ ਹੜਬੜਾ ਕੇ ਉੱਠੀ, ਵਾਪਸ ਕਮਰੇ ਵਿੱਚ ਗਈ, ਟਰੰਕ ਖੋਲ੍ਹਣ ਲੱਗੀ। ਉਹਨਾਂ ਨੇ ਕੰਧ ਵਿੱਚ ਲੱਗੀ ਇੱਕ ਛੋਟੀ ਜਿਹੀ ਅਲਮਾਰੀ ਖੋਲ੍ਹ ਕੇ ਕਿਹਾ, ਇਹਦੇ ਵਿੱਚ ਰੱਖ ਦੇ। ਕਲੀਰੇ ਨਹੀਂ ਖੁੱਲ੍ਹੇ ਮੇਰੇ ਕੋਲੋਂ, ਹੱਥ ਕੰਬ ਰਹੇ ਸਨ। ਮੈਂ ਪੂਰਾ ਦਾ ਪੂਰਾ ਲਾਲ ਚੂੜਾ ਤੇ ਸੋਨੇ ਦੀਆਂ ਵੰਗਾਂ ਲਾ ਦਿੱਤੀਆਂ ਜਿਨ੍ਹਾਂ ਨਾਲ ਕਲੀਰੇ ਵੱਜੇ ਹੋਏ ਸਨ। ਸਾਰਾ ਕੁਝ ਲਾ ਕੇ ਮੈਂ ਅਲਮਾਰੀ ਵਿੱਚ ਰੱਖ ਦਿੱਤਾ, ਗਲੇ ਦਾ ਹਾਰ ਵੀ, ਕੰਨਾਂ ਦੇ ਬੁੰਦੇ ਵੀ, ਸਭ ਕੁਝ। ਇੰਨੇ ਚਿਰ ਵਿੱਚ ਉਹਨਾਂ ਨੇ ਦੂਜੀ ਅਲਮਾਰੀ ਵਿੱਚੋਂ ਇੱਕ ਐਲਬਮ ਕੱਢ ਲਈ ਤੇ ਕਹਿਣ ਲੱਗੇ, ਇਹ ਵੇਖ ਲੈ, ਕੱਲ ਨੂੰ ਆਂਢੋ ਗੁਆਂਢੋਂ ਐਵੇਂ ਫਜ਼ੂਲ ਦੀਆਂ ਗੱਲਾਂ ਸੁਣ ਕੇ ਕੁੜੇਂਗੀ, ਸੋਚਿਆ ਮੈਂ ਹੀ ਤੈਨੂੰ ਵਿਖਾ ਦਿਆਂ। ਤੇ ਉਹ ਐਲਬਮ ਦੇ ਸਫ਼ੇ ਥੁੱਲਣ ਲੱਗੇ। ਕਿਧਰੇ ਕਿਸੇ ਕੁੜੀ ਦੀ ਇਕੱਲੀ ਤਸਵੀਰ ਸੀ, ਕਿਧਰੇ ਮੇਰੇ ਖਾਵੰਦ ਦੇ ਨਾਲ, ਕਿਧਰੇ ਹੋਰਨਾਂ 4-5 ਕੁੜੀਆਂ ਮੁੰਡਿਆਂ ਦੇ ਨਾਲ। ਉਹੀ ਕੁੜੀ, ਹਰ ਤਸਵੀਰ ਵਿੱਚ ਉਹੀ ਕੁੜੀ। ਕਹਿਣ ਲੱਗੇ, ਇਹਦੇ ਨਾਲ ਅੰਮ੍ਰਿਤਸਰ, ਜਿੱਥੇ ਮੈਂ ਪੜ੍ਹਦਾ ਸਾਂ, ਸਾਡਾ ਵਿਆਹ ਹੋਣ ਵਾਲਾ ਸੀ, ਪਰ ਕੋਈ ਗੜਬੜ ਹੋ ਗਈ। ਉਹ ਸਿੰਗਾਪੁਰ ਵਾਲੇ ਮਾਸੀ ਜੀ ਨੇ ਨਾ, ਉਹ ਇਸੇ ਵਿਆਹ ਵਾਸਤੇ ਸਿੰਗਾਪੁਰੋਂ ਆਏ ਹੋਏ ਸਨ। ਹੋਰ ਵੀ ਕਈ ਰਿਸ਼ਤੇਦਾਰ ਆਏ ਹੋਏ ਸਨ। ਵਿਆਹ ਵਿੱਚ ਸਿਰਫ 1 ਹਫ਼ਤਾ ਰਹਿੰਦਾ ਸੀ, ਪਰ ਸੰਜੋਗਾਂ ਦੀ ਗੱਲ ਏ। ਖੈਰ, ਮਾਸੀ ਜੀ ਵਿਆਹ ਤੋਂ ਬਿਨਾਂ ਵਾਪਸ ਨਹੀਂ ਸਨ ਜਾ ਸਕਦੇ। ਉਹਨਾਂ ਦੀਆਂ ਕਈ ਪ੍ਰੋਬਲਮਸ ਨੇ, ਸੋ ਮਹਿਤਾ ਸਾਹਿਬ ਨੇ ਤੈਨੂੰ ਲੱਭ ਦਿੱਤਾ। ਗੱਲ ਕੁਝ ਸਮਝ ਆਈ, ਕੁਝ ਨਹੀਂ ਆਈ। ਉਹਨਾਂ ਨੇ ਐਲਬਮ ਵਾਪਸ ਅਲਮਾਰੀ ਵਿੱਚ ਰੱਖ ਦਿੱਤੀ ਤੇ ਕਹਿਣ ਲੱਗੇ, ਚੱਲ ਹੁਣ ਸੌਂ ਜਾ, ਸਾਰੇ ਦਿਨ ਦੀ ਥਕਾਵਟ। ਤੇ ਆਪਣੀ ਮੰਜੀ ਤੇ ਲੇਟ ਕੇ ਉਹਨਾਂ ਨੇ ਮੂੰਹ ਦੂਜੇ ਪਾਸੇ ਕਰ ਲਿਆ। 2-3 ਮਿੰਟਾਂ ਮਗਰੋਂ ਹੀ ਉਹਨਾਂ ਦੇ ਦਮਦਾਰ ਘੁਰਾੜਿਆਂ ਦੀ ਆਵਾਜ਼ ਆਉਣ ਲੱਗੀ। ਕੁਝ ਚਿਰ ਤਾਂ ਮੈਂ ਹੱਕੀ ਬੱਕੀ ਉੱਥੇ ਹੀ ਬੈਠੀ ਰਹੀ ਆਪਣੀ ਮੰਜੀ ਤੇ, ਫਿਰ ਲੇਟ ਗਈ। ਮਟਮੈਲੇ ਆਸਮਾਨ ਵਿੱਚ ਮੈਲੇ ਜਿਹੇ ਤਾਰੇ ਜਗ ਬੁਝ ਰਹੇ ਸਨ। ਇਹ ਆਸਮਾਨ ਦੇ ਅਥਰੂ ਸਨ ਕਿ ਮੇਰੇ? 28 ਨਹੀਂ, ਉਸ ਰਾਤ ਮੈਂ ਇੰਨੀ ਡਰ ਗਈ ਸਾਂ, ਇੰਨੀ ਭੌਂਚੱਕੀ ਹੋ ਗਈ ਸਾਂ, ਜੜ ਪੱਥਰ, ਕਿ ਮੈਂ ਨਹੀਂ ਰੋਈ। ਉਹ ਅਜਿਹੀ ਰਾਤ ਸੀ ਜਦੋਂ ਚੇਤਿਆਂ ਦੇ ਤੇ ਸੁਰਤੀ ਦੇ ਬੂਹੇ ਬੰਦ ਕਰਕੇ ਬਾਹਰੋਂ ਸਿਰਫ ਜੰਦਰੇ ਹੀ ਨਹੀਂ ਮਾਰ ਦਿੰਦਾ ਕੋਈ, ਕਿੱਲ ਠੋਕ ਦਿੰਦਾ ਏ। ਉਸ ਰਾਤ ਨਾ ਬੀਜੀਦਾਰ ਜੀ ਯਾਦ ਆਏ, ਨਾ ਜਸਬੀਰ ਯਾਦ ਆਇਆ, ਨਾ ਹੀ ਬਲਦੇਵ ਯਾਦ ਆਏ। ਉਂਝ ਸੋਚਿਆ ਜਾਵੇ ਤਾਂ ਯਾਦ ਆਉਣੇ ਚਾਹੀਦੇ ਸਨ। ਮੇਰੇ ਮਨ ਨੂੰ ਬਗਾਵਤ ਕਰਨੀ ਚਾਹੀਦੀ ਸੀ, ਲੜਨਾ ਝਗੜਨਾ ਚਾਹੀਦਾ ਸੀ ਸਭਨਾਂ ਨਾਲ। ਦਾਰਜੀ ਨਾਲ ਲੜਨਾ ਚਾਹੀਦਾ ਸੀ ਕਿ ਜਦੋਂ ਤੁਹਾਡੇ ਦੋਸਤ ਮਹਿਤਾ ਸਾਹਿਬ ਨੇ ਪਿਛਲੇ ਵਰੇ ਤੁਹਾਨੂੰ ਕਿਹਾ ਸੀ ਕਿ ਮੁਰਗੀਆਂ ਪਾਲਣ ਵਾਲਾ ਇੱਕ ਮੁੰਡਾ ਹੈ ਮੇਰੀ ਨਜ਼ਰ ਵਿੱਚ। ਮੇਰੇ ਇੱਕ ਦੋਸਤ ਡਾਕਟਰ ਨੇ, ਉਹਨਾਂ ਦਾ ਪੁੱਤਰ ਵਿਚਕਾਰਲਾ ਮੁੰਡਾ ਏ, ਵੱਡਾ ਡਾਕਟਰੀ ਕਰ ਰਿਹਾ ਏ ਅੰਮ੍ਰਿਤਸਰ। ਡਾਕਟਰੀ ਕਰਕੇ ਹਾਊਸ ਜੌਬ ਕਰ ਰਿਹਾ ਏ ਅਸਲ ਵਿੱਚ।
ਪਰ ਉਹਨੇ ਆਪਣੇ ਜੋਗੀ ਕੁੜੀ ਲੱਭ ਲਈ ਹੋਈ ਹੈ। ਘਰ ਵੀ ਲਿਆਉਂਦਾ ਹੈ ਕਦੀ-ਕਦੀ। ਕੁੜਮਾਈ ਹੋ ਚੁੱਕੀ ਹੈ। ਉਸ ਤੋਂ ਛੋਟਾ ਅਵੇਲੇਬਲ ਹੈ। ਕਹੋ ਤੇ ਗੱਲ ਤੋਰਾਂ। ਤੇ ਤੁਸੀਂ ਕਿਹਾ ਸੀ, ਨਹੀਂ ਮਹਿਤਾ ਸਾਹਿਬ, ਮੁਰਗੀਆਂ ਪਾਲਣਾ ਵੀ ਕੋਈ ਕੰਮਾਂ ਵਿੱਚੋਂ ਕੰਮ ਹੈ। ਉਹ ਵੱਡਾ ਡਾਕਟਰ ਜੇ ਖਾਲੀ ਹੁੰਦਾ ਤਾਂ ਠੀਕ ਸੀ। ਤੇ ਹੁਣ ਜਦੋਂ ਚਾਣਚੱਕ ਮਹਿਤਾ ਸਾਹਿਬ ਨੇ ਫੋਨ ਕਰਕੇ ਕਿਹਾ ਉਹ ਡਾਕਟਰ ਅਵੇਲੇਬਲ ਏ, ਦਿੱਲੀ ਆ ਰਹੇ ਨੇ ਸਾਰੇ, ਗੱਡੀਆਂ ਲਾ ਲਓ, ਤਾਂ ਤੁਸੀਂ ਇਹ ਕਿਉਂ ਨਹੀਂ ਪੁੱਛਿਆ ਕਿ ਜਿਸ ਕੁੜੀ ਨਾਲ ਕੁੜਮਾਈ ਕਰਾਈ ਬੈਠਾ ਸੀ ਉਹਦਾ ਕੀ ਬਣਿਆ? ਕੀ ਪਤਾ ਮੇਰੇ ਸਹੁਰਾ ਸਾਹਿਬ ਨੇ ਕੋਲ ਬਹਿ ਕੇ ਹੀ ਫੋਨ ਕਰਵਾਈ ਹੋਵੇ ਮਹਿਤਾ ਸਾਹਿਬ ਕੋਲੋਂ। ਉਹਨਾਂ ਕੋਲੋਂ ਸੱਚਿਆ ਹੋਣ ਲਈ ਫੋਨ ਤਾਂ ਕਰ ਦਿੱਤਾ, ਪਰ ਦਾਰਜੀ ਕੋਲੋਂ ਸੁਰਖਰੂ ਰਹਿਣ ਲਈ ਦਿੱਲੀ ਉਹਨਾਂ ਲੋਕਾਂ ਦੇ ਨਾਲ ਨਹੀਂ ਆਏ। ਤੁਸੀਂ ਕਿਉਂ ਨਹੀਂ ਪੁੱਛਿਆ ਮਹਿਤਾ ਸਾਹਿਬ ਕੋਲੋਂ ਕਿ ਤੁਸੀਂ ਨਾਲ ਕਿਉਂ ਨਹੀਂ ਆਏ? ਤੇ ਕਰਨਾਲ ਕੋਈ ਕੈਨੇਡਾ ਸੀ ਕਿ ਤੁਸੀਂ ਆਪ ਇੱਕ ਵਾਰੀ ਵੀ ਜਾ ਕੇ ਕਿਸੇ ਕੋਲੋਂ ਪੁੱਛਗਿੱਛ ਨਹੀਂ ਕੀਤੀ? ਮੈਂ ਤੇ ਇਹੀ ਸੁਣਿਆ ਹੋਇਆ ਹੈ ਕਿ ਮਾਪੇ 100 ਪੁੱਛਾਂ ਪੜਤਾਲਾਂ ਕਰਦੇ ਨੇ। ਤੁਸੀਂ ਕਿਉਂ ਨਹੀਂ ਕੋਈ ਪੜਤਾਲ ਕੀਤੀ? ਬੀਜੀ ਨਾਲ ਲੜਨਾ ਚਾਹੀਦਾ ਸੀ ਮੈਨੂੰ ਕਿ ਇੱਕ ਵਾਰੀ ਵੀ ਮਾਵਾਂ ਵਾਂਗੂ ਗੋਦੀ ਨਹੀਂ ਬਿਠਾਇਆ ਮੈਨੂੰ ਜਦੋਂ ਮੈਂ ਨਿੱਕੀ ਜਿਹੀ ਸਾਂ। ਬਚਪਨ ਵਿੱਚ ਮੈਨੂੰ ਖੇਡਣ ਨਹੀਂ ਦਿੱਤਾ। ਜਦੋਂ ਜਵਾਨੀ ਦੀ ਦਹਲੀਜ਼ ਤੇ ਪਹਿਲਾ ਕਦਮ ਰੱਖਿਆ, ਇੱਕ ਵਾਰੀ ਵੀ ਕੋਲ ਬਿਠਾ ਕੇ ਨਹੀਂ ਦੱਸਿਆ ਕਿ ਮੇਰੇ ਜਿਸਮ ਨੂੰ ਕੀ ਹੋ ਰਿਹਾ ਸੀ। ਮੇਰੀ ਸਲਵਾਰ ਲਹੂ ਨਾਲ ਕਿਉਂ ਗੜੁੱਚ ਹੋ ਗਈ ਸੀ। ਸਗੋਂ ਹੈਰਾਨ ਹੋ ਕੇ ਇਸ ਤਰ੍ਹਾਂ ਤੱਕਿਆ ਮੇਰੇ ਵੱਲ ਜਿਸ ਤਰ੍ਹਾਂ ਕੋਈ ਕਤਲ ਕੀਤਾ ਹੋਵੇ ਮੈਂ। ਬਸ ਇਹੀ ਕਿਹਾ, ਐਨੀ ਛੇਤੀ? ਐਨੀ ਛੇਤੀ ਕੀ? ਹਰ ਵਾਰੀ ਜਦੋਂ ਮੈਂ ਬਲਦੇਵ ਨਾਲ ਗੱਲ ਕਰਦੀ ਫੜੀ ਜਾਂਦੀ ਜਾਂ ਸਾਡੀ ਕੋਈ ਚਿੱਠੀ ਫੜੀ ਜਾਂਦੀ, ਤੁਸੀਂ ਇਹੀ ਕਹਿੰਦੇ, ਵਿਆਹ ਕਰ ਦਿਓ ਇਹਦਾ ਛੇਤੀ, ਨਹੀਂ ਤੇ ਖਾਨਦਾਨ ਦੀ ਬੇੜੀ ਡੋਬ ਦੇਵੇਗੀ। ਨੱਕ ਕਟਵਾ ਦਿੱਤਾ ਸਾਡਾ ਇਸ ਕਲੈਣੀ ਕੁੜੀ ਨੇ। ਪਤਾ ਨਹੀਂ ਪਿਛਲੇ ਯੁੱਗ ਦੇ ਕਿਹੜੇ ਬਦਲੇ ਲੈਣ ਸਾਡੇ ਘਰ ਜੰਮ ਪਈ ਹੈ। ਹਰ ਵੇਲੇ ਇਹੀ ਰਾਗ, ਮੈਂ ਤੇ ਇੰਨੀ ਬਿਮਾਰ ਰਹਿੰਦੀ ਹਾਂ, ਮੇਰੇ ਜਿਉਂਦੇ ਜੀ ਕਰ ਦਿਓ ਇਹਦਾ ਵਿਆਹ, ਨਹੀਂ ਤੇ ਮੇਰੇ ਮਗਰੋਂ ਕੀ ਬਣੇਗਾ? ਤੁਸੀਂ ਕਿਸ ਤਰ੍ਹਾਂ ਇਕੱਲੇ? ਤੇ ਉਹ ਦਾਰਜੀ ਅੱਗੇ ਰੋਣ ਲੱਗਦੇ। ਉਹਨਾਂ ਦੀਆਂ ਇਹੀ ਗੱਲਾਂ ਸੁਣ ਸੁਣ ਕੇ ਦਾਰਜੀ ਨੂੰ ਤਾਂ ਯਕੀਨ ਆਉਣਾ ਹੀ ਸੀ। ਖੁਦ ਮੈਨੂੰ ਵੀ ਯਕੀਨ ਹੋ ਗਿਆ ਸੀ ਕਿ ਮੇਰੇ ਵਿਆਹ ਤੋਂ ਬਿਨਾਂ ਬੀਜੀ ਦਾ ਆਖਰੀ ਸਾਹ ਗਲੇ ਵਿੱਚ ਹੀ ਅਟਕਿਆ ਰਹੇਗਾ। ਤੇ ਉਹਨਾਂ ਨੂੰ ਸੁੱਖ ਦੇਣ ਦਾ, ਬਿਮਾਰੀਆਂ ਦੀ ਹਾਲਤ ਵਿੱਚ, ਜਿਨ੍ਹਾਂ ਨੇ ਜਸਬੀਰ ਦੇ ਜੰਮਦਿਆਂ ਹੀ ਉਹਨਾਂ ਨੂੰ ਆ ਘੇਰਿਆ ਸੀ, ਉਹਨਾਂ ਨੂੰ ਸਕੂਨ ਦੇਣ ਦਾ ਬਸ ਇੱਕੋ ਹੀ ਰਸਤਾ ਸੀ ਕਿ ਮੈਨੂੰ ਵਿਆਹ ਕੇ ਦਫਾ ਕਰ ਦਿੱਤਾ ਜਾਵੇ। ਜਸਬੀਰ ਨਾਲ ਲੜਨਾ ਚਾਹੀਦਾ ਸੀ ਕਿ ਤੂੰ ਜਦੋਂ ਮੈਨੂੰ ਕਾਲਜੋਂ ਲੈਣ ਜਾਂਦਾ ਸਾਂ ਤੇ ਕਦੇ ਭੁੱਲ ਭੁਲੇਖੇ ਕੋਈ ਕਲਾਸ ਦਾ ਮੁੰਡਾ ਕਲਾਸ ਦੇ ਕਮਰੇ ਦੇ ਬਾਹਰਲੇ ਵਰਾਂਡੇ ਵਿੱਚ ਕਿਸੇ ਪ੍ਰੋਫੈਸਰ ਦੀ ਆਖੀ ਕਿਸੇ ਗੱਲ ਬਾਰੇ ਮੇਰੇ ਨਾਲ ਗੱਲ ਕਰ ਰਿਹਾ ਹੁੰਦਾ ਸੀ, ਤਾਂ ਤੂੰ ਮੈਨੂੰ ਸੰਨੋਂ ਫੜੇ ਚੋਰ ਵਾਂਗੂ ਘੂਰਦਾ ਸਾਂ ਤੇ ਘਰ ਜਾ ਕੇ ਮੇਰੀ ਸ਼ਿਕਾਇਤ ਲਾ ਕੇ ਮੈਨੂੰ ਹਜ਼ਾਰਾਂ ਲਾਹਨਤਾਂ ਮਲਾਮਤਾਂ, ਝਿੜਕਾਂ ਝੰਬਾਂ ਦੀ ਚਾਂਦਮਾਰੀ ਦੇ ਰੂਬਰੂ ਜਾ ਖੜਾ ਕਰਦਾ ਸਾਂ ਤੇ ਫਖਰ ਮਹਿਸੂਸ ਕਰਦਾ ਸਾਂ ਕਿ ਤੂੰ ਆਪਣਾ ਭਰਾ ਹੋਣ ਦਾ ਫਰਜ਼ ਨਿਭਾ ਰਿਹਾ ਹੈ। ਹੁਣ ਕਿੱਥੇ ਸਾਂ ਤੂੰ ਜਦੋਂ ਇੱਕ ਅਜਨਬੀ ਤੇਰੀ ਭੈਣ ਨੂੰ ਆਪਣੇ ਘਰ ਗੁਲਾਮ ਬਣਾ ਕੇ ਲੈ ਕੇ ਆ ਰਿਹਾ ਸੀ, ਸਿਰਫ ਇਸ ਕਰਕੇ ਕਿ ਅਗਲਿਆਂ ਦੇ ਰਿਸ਼ਤੇਦਾਰਾਂ ਨੂੰ ਇੱਕ ਅਦਦ ਵਿਆਹ ਦਰਕਾਰ ਸੀ ਤੇ ਟੁੱਟੇ ਰਿਸ਼ਤੇ ਦੀ ਥਾਵੇਂ ਇੱਕ ਹੋਰ ਰਿਸ਼ਤਾ ਝਟਪਟ ਕਾਲ ਵਿੱਚ ਤੈਅ ਕਰ ਲਿਆ ਗਿਆ ਸੀ। ਹੁਣ ਨਹੀਂ ਸੀ ਤੂੰ ਆ ਕੇ ਵੇਖ ਸਕਦਾ ਕਿ ਤੇਰੀ ਭੈਣ ਕਿਹੜੇ ਖੂਹ ਵਿੱਚ ਡੋਬਣ ਲਈ ਲਿਜਾਈ ਜਾ ਰਹੀ ਹੈ? ਸਾਰੀ ਉਮਰ ਮੈਂ ਤੈਨੂੰ ਰੱਖੜੀਆਂ ਬੰਨ੍ਹਦੀ ਰਹੀ, ਕੀ ਰੱਖਿਆ ਕੀਤੀ ਤੂੰ ਮੇਰੀ? ਉਂਝ ਤੇ ਸਭ ਨਾਲ ਲੜਨਾ ਚਾਹੀਦਾ ਸੀ ਕਿ ਨਿੱਕਿਆਂ ਹੁੰਦਿਆਂ ਜਦੋਂ ਸ਼ਿਮਲਾ ਪਹਾੜੀ ਤੇ ਕਿਸੇ ਅਜਨਬੀ ਨੇ ਮੇਰੇ ਬੂਟ ਵਿੱਚੋਂ ਨਿਕਲਿਆ ਤੇ ਲਗਾਤਾਰ ਚੁੱਭਦਾ ਕਿੱਲ ਠੋਕ ਦਿੱਤਾ ਸੀ, ਕਿਉਂਕਿ ਸਾਰਾ ਰਾਹ ਭਾਈਆ ਜੀ, ਮੇਰੇ ਦਾਦਾ ਜੀ ਨੇ ਚੁੱਭਦੇ ਕਿੱਲ ਬਾਰੇ ਨਾ ਮੇਰੀ ਫਰਿਆਦ ਸੁਣੀ ਸੀ ਤੇ ਨਾ ਮੇਰਾ ਰੋਣਾ ਵੇਖਿਆ ਸੀ, ਨਾ ਰਾਹ ਵਿੱਚੋਂ ਕਿਸੇ ਮੋਚੀ ਕੋਲੋਂ ਕਿੱਲ ਕਢਵਾ ਜਾਂ ਠੁਕਵਾ ਦਿੱਤਾ ਸੀ, ਤੇ ਸਾਰਾ ਰਾਹ ਉਹ ਕਿੱਲ ਮੇਰੇ ਪੈਰ ਦੀ ਕੂਲੀ ਤਲੀ ਵਿੱਚ ਮੋਰੀ ਕਰਦਾ ਰਿਹਾ ਸੀ। ਤੇ ਸ਼ਿਮਲਾ ਪਹਾੜੀ ਦੇ ਉੱਤੇ ਪਹੁੰਚ ਕੇ ਕਿਸੇ ਅਜਨਬੀ ਨੇ ਮੈਨੂੰ ਰੋਂਦਿਆਂ ਤੱਕ ਕੇ ਪੁੱਛ ਲਿਆ ਸੀ ਤੇ ਮੈਂ ਉਹਨੂੰ ਦੱਸ ਦਿੱਤਾ ਸੀ ਕਿ ਕਿੱਲ ਚੁੱਭ ਰਿਹਾ ਏ, ਤੇ ਉਹਨੇ ਪੱਥਰ ਨਾਲ ਉਹ ਕਿੱਲ ਠੋਕ ਦਿੱਤਾ ਸੀ। ਤੇ ਭਾਈਆ ਜੀ ਨੇ ਘਰ ਆ ਕੇ ਸ਼ਿਕਾਇਤ ਲਾਈ ਸੀ ਕਿ ਮੈਂ ਕਿਸੇ ਓਪਰੇ ਮਰਦ ਨਾਲ ਚਬੜ-ਚਬੜ ਗੱਲਾਂ ਕਰਦੀ ਪਈ ਸਾਂ, ਤੇ ਦਾਰਜੀ ਨੇ ਇੰਨੀ ਜ਼ੋਰ ਦੀ ਥੱਪੜ ਮਾਰਿਆ ਸੀ ਕਿ ਮੈਂ ਭੌਂਟਣੀ ਖਾ ਕੇ ਰਸੋਈ ਦੇ ਭਾਂਡਿਆਂ ਵਾਲੇ ਖੁਰੇ ਵਿੱਚ ਜਾ ਡਿੱਗੀ ਸਾਂ ਤੇ ਹੁਕਮ ਦਿੱਤਾ ਸੀ, ਖਬਰਦਾਰ ਜੇ ਅੱਜ ਤੋਂ ਬਾਅਦ ਕਿਸੇ ਓਪਰੇ ਮਰਦ ਨਾਲ ਗੱਲ ਕੀਤੀ ਤਾਂ ਜਾਨੋਂ ਮਾਰ ਦਿਆਂਗਾ। ਤੇ ਹੁਣ ਇੱਕ ਓਪਰੇ ਮਰਦ ਨਾਲ ਕਿਸ ਤਰ੍ਹਾਂ ਤੋਰ ਦਿੱਤਾ ਮੈਨੂੰ ਕਿ ਕਰ ਜੋ ਇਹਦੇ ਨਾਲ ਕਰਨਾ ਹੈ, ਹੁਣ ਇਹ ਤੇਰੀ ਜਾਇਦਾਦ ਏ। ਰਾਤੀ ਪਤਾ ਨਹੀਂ ਕਿਹੜੇ ਵੇਲੇ ਅੱਖ ਲੱਗ ਗਈ। ਯਸੂ ਮਸੀਹ ਨੂੰ ਇੰਨੇ ਦਿਨ ਸੂਲੀ ਤੇ ਨੀਂਦਰ ਆਈ ਸੀ ਕਿ ਨਹੀਂ? ਸੌਂ ਗਈ ਮੈਂ, ਖੌਰੇ ਕਿਹੜੇ ਵੇਲੇ। ਸਵੇਰੇ ਜਦੋਂ ਜਾਗ ਖੁੱਲੀ, ਦਿਨ ਦੀ ਬੇਦਰਦ ਰੌਸ਼ਨੀ ਮੇਰੀਆਂ ਅੱਖਾਂ ਵਿੱਚ ਮੋਰੀਆਂ ਕਰ ਰਹੀ ਸੀ। ਮੈਂ ਹੜਬੜਾ ਕੇ ਉੱਠੀ। ਯਾ ਖੁਦਾਇਆ, ਇਹ ਕੀ ਹੋ ਗਿਆ? ਚਿੱਟਾ ਦਿਨ ਚੜ੍ਹ ਆਇਆ ਏ। ਕੀ ਕਹਿੰਦੇ ਹੋਣਗੇ ਸਾਰੇ ਕਿ ਦਿੱਲੀ ਦੀ ਵਿਗੜੀ ਹੋਈ ਕੁੜੀ ਸੂਰਜ ਚੜ੍ਹਨ ਦੇ ਮਗਰੋਂ ਵੀ ਸੁੱਤੀ ਪਈ ਏ, ਜਿਸ ਤਰ੍ਹਾਂ ਕੋਈ ਗੁਨਾਹ ਕਰਦੀ ਫੜੀ ਗਈ ਹੋਵਾਂ। ਇੰਨੀ ਘਬਰਾਹਟ ਕੇ ਪਸੀਨੇ ਨਾਲ ਗੜੁੱਚ ਹੋ ਗਈ। ਮੇਰੇ ਹੱਥ, ਪੈਰ, ਲੱਤਾਂ, ਸਾਰਾ ਜਿਸਮ ਥਰ-ਥਰ ਕੰਬ ਰਹੇ ਸਨ, ਡਰ ਨਾਲ, ਸ਼ਰਮ ਨਾਲ। ਉੱਠੀ, ਬਿਸਤਰਾ ਤੈਅ ਕੀਤਾ, ਆਪਣੇ ਖਾਵਨ ਦੇ ਵੱਟੋ-ਵੱਟ ਬਿਸਤਰੇ ਨੂੰ ਵੀ ਤੈਅ ਕੀਤਾ। ਦੋਵੇਂ ਬਿਸਤਰੇ ਅੰਦਰ ਲਿਜਾ ਕੇ ਮੰਜੀ ਤੇ ਰੱਖੇ। ਫਿਰ ਸੋਚਣ ਲੱਗੀ ਕਿ ਮੰਜੀਆਂ ਬਾਹਰ ਕੋਠੇ ਤੇ ਹੀ ਰਹਿਣ ਦਿਆਂ ਕਿ ਉਹ ਵੀ ਚੁੱਕ ਕੇ ਅੰਦਰ ਲਿਆ ਰੱਖਾਂ। ਹਾਲੀ ਸੋਚ ਹੀ ਰਹੀ ਸਾਂ ਕਿ ਮੇਰੀ ਨਨਾਣ ਸ਼ਰਾਰਤ ਨਾਲ ਮੁਸਕਰਾਂਦੀ ਉੱਤੇ ਆ ਗਈ। ਧੱਪ-ਧੱਪ ਪੌੜੀਆਂ ਚੜ੍ਹਨ ਦੀ ਆਵਾਜ਼ ਆਈ ਪਹਿਲੋਂ। ਮੇਰਾ ਦਿਲ ਜ਼ੋਰ ਨਾਲ ਧੜਕਿਆ ਤੇ ਫਿਰ ਉਹ ਨਜ਼ਰ ਆਈ ਬਰਸਾਤੀ ਵਿੱਚ ਵੜਦੀ ਹੋਈ। ਕਿਉਂ ਭਰਜਾਈ ਜੀ, ਇੰਨੇ ਤੜਕੇ ਜਾਗ ਪਏ ਹੋ? ਮੇਰੇ ਪਿੰਡੇ ਵਿੱਚੋਂ ਜਿਵੇਂ ਸਾਰਾ ਲਹੂ ਨੁੱਚੜ ਗਿਆ ਹੋਵੇ। ਚਲੋ ਨਹਾ ਲਓ, ਕੱਪੜੇ ਕੱਢ ਕੇ ਲੈ ਆਓ ਬਕਸੇ ਵਿੱਚੋਂ ਹੇਠਾਂ। ਮੈਂ ਘਬਰਾਹਟ ਵਿੱਚ ਟਰੰਕ ਖੋਲ੍ਹਿਆ। ਤਾਂਹੀਏ ਉਹ ਕਹਿਣ ਲੱਗੀ, ਆਹ ਸੱਚ, ਮੈਂ ਤੇ ਭੁੱਲ ਹੀ ਗਈ, ਹਾਲੀ ਨਹੀਂ ਕੱਢ ਸਕਦੇ ਤੁਸੀਂ ਕੱਪੜੇ ਛੱਪੜੇ,
ਪਹਿਲੋਂ ਮਾਸੀ ਜੀ ਤੇ ਹੋਰ ਸਭ ਰਿਸ਼ਤੇਦਾਰ ਨਾ ਆਪਣੇ ਵਾਸਤੇ ਕੱਪੜੇ ਪਸੰਦ ਕਰਕੇ ਕੱਢਣਗੀਆਂ, ਮਗਰੋਂ ਹੀ ਤੁਸੀਂ ਕੱਢ ਸਕਦੇ ਹੋ। ਇਹ ਸ਼ਗਨ ਹੁੰਦਾ ਹੈ। ਮੈਂ ਟਰੰਕ ਦਾ ਢੱਕਣ ਵਾਪਸ ਬੰਦ ਕਰ ਦਿੱਤਾ। ਸ਼ਗਨ? ਸਾਰੇ ਰਿਸ਼ਤੇਦਾਰਾਂ ਦੇ ਕੱਪੜੇ ਤਾਂ ਦਾਜ ਦੇ ਨਾਲ ਹੀ ਦਿੱਤੇ ਗਏ ਸਨ, ਸਭਨਾਂ ਦੇ ਵੱਖਰੇ ਵੱਖਰੇ ਨਾਂ ਲਿਖ ਕੇ। ਕਰਨਾਲੋਂ ਹੀ ਤੇ ਆਈ ਸੀ ਲਿਸਟ। ਮੈਂ ਖੁਦ ਗਿਫਟ ਰੈਪਰਾਂ ਵਿੱਚ ਲਪੇਟੇ ਸਨ ਕੱਪੜੇ। ਔਰਤਾਂ ਲਈ ਸਾੜੀਆਂ ਤੇ ਸੂਟ, ਬਹੁਤੀਆਂ ਹੀ ਨਜ਼ਦੀਕੀ ਰਿਸ਼ਤੇਦਾਰਾਂ ਲਈ ਨਾਲ ਇੱਕ ਕਸ਼ਮੀਰੀ ਪਸ਼ਮੀਨੇ ਦੀ ਸ਼ਾਲ, ਸਕੀਆਂ ਮਾਸੀਆਂ ਮਾਮੀਆਂ ਚਾਚੀਆਂ ਲਈ ਨਾਲ ਇੱਕ ਗਹਿਣਾ ਵੀ, ਤੇ ਮਰਦਾਂ ਲਈ ਸੂਟਾਂ ਦੇ ਕੱਪੜੇ, ਕਮੀਜ਼ਾਂ ਦੇ ਕੱਪੜੇ, ਟਾਈਆਂ, ਰੁਮਾਲ। ਸਿਰਫ ਰਿਸ਼ਤੇਦਾਰਾਂ ਦੇ ਹੀ ਨਹੀਂ, ਮੇਰੇ ਸਹੁਰਾ ਸਾਹਿਬ ਨੇ ਤਾਂ ਆਪਣੇ ਕਈ ਦੋਸਤਾਂ ਤੇ ਸ਼ਾਇਦ ਖਾਸ ਮੰਨੇ ਪਰਮੰਨੇ ਕਰਨਾਲੀਆਂ ਦੇ ਤੇ ਆਪਣੇ ਚੁਣਿੰਦਾ ਮਰੀਜ਼ਾਂ ਦੇ ਵੀ ਨਾਂ ਉਸ ਲਿਸਟ ਵਿੱਚ ਸ਼ਾਮਲ ਕਰ ਲਏ ਸਨ। ਪਰ ਮਾਂ ਨੇ ਇਹੀ ਸਿਖਾ ਕੇ ਤੋਰਿਆ ਸੀ ਕਿ ਕੋਈ ਸਵਾਲ ਨਹੀਂ ਕਰਨਾ, ਹਰ ਗੱਲ ਚੁੱਪਚਾਪ ਮੰਨ ਲੈਣੀ ਹੈ, ਸਾਰਿਆਂ ਨੂੰ ਖੁਸ਼ ਰੱਖਣਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਸ ਘਰ ਵਿੱਚ ਡੋਲੀ ਜਾ ਰਹੀ ਹੈ ਉੱਥੋਂ ਅਰਥੀ ਹੀ ਨਿਕਲਣੀ ਚਾਹੀਦੀ ਹੈ। ਇਹੀ ਸਾਡੇ ਖਾਨਦਾਨ ਦੀ ਰੀਤ ਹੈ। ਤੇ ਇਹ ਵੀ ਕਿ ਤੀਵੀਂ ਤੇ ਧਰਤੀ ਹੁੰਦੀ ਹੈ, ਧਰਤੀ ਵਾਂਗੂ ਉਹਨੂੰ ਸਭ ਕੁਝ ਬਰਦਾਸ਼ਤ ਕਰ ਲੈਣਾ ਚਾਹੀਦਾ ਹੈ, ਚੁੱਪਚਾਪ। ਸੋ ਮੈਂ ਚੁੱਪ ਰਹੀ। ਉਹ ਕਹਿਣ ਲੱਗੀ, ਬਾਥਰੂਮ ਵੀ ਜਾਣਾ ਹੈ ਕਿ ਨਹੀਂ? ਤੇ ਹੱਸਣ ਲੱਗੀ। ਮੈਨੂੰ ਉਹ ਹੇਠਾਂ ਲੈ ਆਈ। ਲੈਟਰੀਨ ਜਾਣ ਤੋਂ ਪਹਿਲਾਂ ਮੈਂ ਸਹੁਰਾ ਸਾਹਿਬ ਦੇ ਚਰਨ ਛੋਹੇ, ਸੱਸ ਦੇ ਚਰਨ ਛੋਹੇ, ਭੂਆ ਜੀ ਦੇ ਚਰਨ ਛੋਹੇ। ਭੂਆ ਜੀ ਦੇ ਚਰਨ ਛੋਹਣ ਲੱਗਿਆ ਮੈਨੂੰ ਲੱਗਾ ਸਾਰੇ ਹੱਸ ਰਹੇ ਸਨ। ਅਸੀਸਾਂ ਭੂਆ ਜੀ ਨੇ ਹੀ ਦਿੱਤੀਆਂ ਸਭ ਤੋਂ ਵੱਧ। ਜਿਉਂਦੀ ਰਵੇਂ, ਖੁਸ਼ ਰਵੇਂ, ਬੁੱਢ ਸੁਹਾਗਣ ਹੋਵੇ, ਦੁੱਧੀ ਨਹਾਏ ਪੁੱਤੀ ਫਲੇ। ਜਦੋਂ ਮੈਂ ਭੂਆ ਜੀ ਦੇ ਚਰਨ ਛੋਹੇ, ਮੇਰੀ ਨਨਾਣ ਖਿੜਖਿੜਾ ਕੇ ਹੱਸੀ, ਲਓ ਜੀ ਹੁਣ ਤੇ ਫਿਰ ਮੇਰੀ ਵੀ ਵਾਰੀ ਏ, ਭੂਆ ਨਾਲੋਂ ਮਾੜੀ ਆ ਮੈਂ? ਉਸ ਤੋਂ ਮਗਰੋਂ ਹਰ ਰੋਜ਼ ਸਵੇਰੇ ਵੀ ਤੇ ਰਾਤੀ ਸੌਣ ਲੱਗਿਆਂ ਵੀ ਮੈਂ ਸਾਰਿਆਂ ਦੇ ਚਰਨ ਛੋਹੰਦੀ। ਸੋਚਦੀ ਸਾਂ ਸ਼ਾਇਦ ਇਸ ਤਰ੍ਹਾਂ ਮੈਂ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਆਪਣੇ ਜੋਗੀ ਥਾਂ ਬਣਾ ਲਵਾਂਗੀ। 29 ਪਰਦੇਸ ਵਿੱਚ, ਪਰਾਏ ਘਰ ਵਿੱਚ ਹਰ ਨਵੀਂ ਵਿਆਹੀ ਕੁੜੀ ਨੂੰ ਇਹੀ ਤੇ ਚਾਹੀਦਾ ਹੁੰਦਾ ਏ ਕਿ ਜਿਸ ਨਵੇਂ ਘਰ ਵਿੱਚ ਉਹ ਦਾਖਲ ਹੋਈ ਏ, ਉਹਦੇ ਵਿੱਚ ਉਹਦੇ ਪੈਰਾਂ ਹੇਠ ਜ਼ਮੀਨ ਦਾ ਜਿਹੜਾ ਟੁਕੜਾ ਏ, ਕਮ ਅਜ਼ ਕਮ ਉਹ ਤੇ ਠੋਸ ਹੋਵੇ। ਜਿਸ ਪਰਾਏ ਘਰ ਦੇ ਪਰਾਏ ਟੱਬਰ ਵਿੱਚ ਜਾ ਕੇ ਉਹਨੇ ਆਪਣੇ ਜੋਗੀ ਚੱਪਾ ਕੁ ਥਾਂ ਬਣਾਣੀ ਏ, ਉਹ ਟੱਬਰ ਉਹਦੇ ਮੁਖਾਲਫ ਖੇਮੇ ਵਿੱਚ ਤੇ ਨਾ ਖੜੋਤਾ ਹੋਵੇ। ਰਤਾ ਕੁ ਜਿੰਨਾ ਪਿਆਰ, ਰਤਾ ਕੁ ਜਿੰਨੀ ਇੱਜ਼ਤ, ਰਤਾ ਕੁ ਜਿੰਨਾ ਲਾਡ, ਰਤਾ ਕੁ ਜਿੰਨੀ ਮੁਹੱਬਤ, ਇਹੀ ਤੇ ਮੰਗਦੀ ਏ ਹਰ ਕੁੜੀ। ਹਰ ਕੁੜੀ ਜਿਹਨੂੰ ਬਚਪਨ ਤੋਂ ਇਹੀ ਸੁਣਨਾ ਮਿਲਦਾ ਏ, ਕੱਲ ਨੂੰ ਪਰਾਏ ਘਰ ਜਾਣਾ ਏ ਤੇ ਜਾਂ ਆਪਣੇ ਘਰ ਜਾ ਕੇ ਪਾਈ ਇਹੋ ਜਿਹੇ ਕੱਪੜੇ, ਆਪਣੇ ਘਰ ਜਾ ਕੇ ਕਰੀਏ ਫੈਸ਼ਨ, ਆਪਣੇ ਘਰ ਜਾ ਕੇ ਜਾਇਆ ਕਰੀ ਸਿਨੇਮੇ ਵੇਖਣ ਵਗੈਰਾ। ਤੇ ਕੋਈ ਵੀ ਕੁੜੀ ਕਦੇ ਵੀ ਇਹ ਫੈਸਲਾ ਨਹੀਂ ਕਰ ਸਕਦੀ ਕਿ ਅਸਲ ਵਿੱਚ ਕਿਹੜਾ ਘਰ ਉਹਦਾ ਆਪਣਾ ਏ ਤੇ ਕਿਹੜਾ ਪਰਾਇਆ। ਮਾਪੇ ਵੀ ਅਜੀਬ ਨੇ। ਜਦੋਂ ਆਪਣੀ ਕੈਦ ਮਜ਼ਬੂਤ ਤੇ ਬਾਮੁਸ਼ੱਕਤ ਰੱਖਣੀ ਹੋਈ, ਲਾਰਾ ਲਾ ਦਿੱਤਾ ਅਗਲੇ ਆਉਣ ਵਾਲੇ ਘਰ ਦਾ ਕਿ ਉਹ ਘਰ ਤੇਰਾ ਆਪਣਾ ਹੋਵੇਗਾ, ਉੱਥੇ ਜਾ ਕੇ ਜੋ ਦਿਲ ਕਰੇ ਕਰੀ, ਜਿੱਥੇ ਜੀ ਕਰੇ ਘੁੰਮੀ ਫਿਰੀ, ਜਿੰਨੀ ਮਰਜ਼ੀ ਏ ਆਜ਼ਾਦੀ ਮਾਣੀ। ਇਹ ਘਰ ਤਾਂ ਮਹਿਜ਼ ਸਰਾਂ ਏ, ਅਗਲੇ ਘਰ ਯਾਨੀ ਅਸਲੀ ਘਰ ਜਾਣ ਦੀ ਤਿਆਰੀ। ਇੱਥੇ ਨਾ ਤੇਰਾ ਕੋਈ ਹੱਕ ਏ, ਨਾ ਜ਼ੋਰ, ਨਾ ਹੰਮਾ। ਇਹ ਘਰ ਤਾਂ ਬਾਬਲ ਦਾ ਏ, ਬਾਬਲ ਤੋਂ ਮਗਰੋਂ ਭਰਾਵਾਂ ਦਾ। ਇਸ ਘਰ ਤੋਂ ਤਾਂ ਤੂੰ ਚਿੜੀਆਂ ਵਾਂਗੂ ਉੱਡ ਜਾਣਾ ਏ। ਆਪਣੇ ਘਰ ਜਾ ਕੇ ਕੀ? ਕਿਉਂਕਿ ਜਦੋਂ ਵੀ ਡਰਾਉਣਾ ਹੋਵੇ ਇਹੀ ਕਹਿੰਦੇ ਨੇ ਸਾਰੇ, ਕੁਝ ਅਕਲ ਸਿੱਖ, ਕੱਲ ਨੂੰ ਅਗਲੇ ਘਰ ਜਾਣਾ ਏ, ਪਰਾਏ ਘਰ। ਗੁੱਤੋਂ ਫੜ ਕੇ ਬਾਹਰ ਕੱਢ ਦੇਣਗੇ ਜੇ ਤੂੰ ਜ਼ੁਬਾਨ ਖੋਲੀ, ਠੋਕਰਾਂ ਵੱਜਣਗੀਆਂ ਜੇ ਨਜ਼ਰ ਉੱਚੀ ਚੁੱਕੀ, ਪੇਕੇ ਬੂਹੇ ਤੇ ਬਿਠਾ ਜਾਣਗੇ ਉਹ ਜੇ ਰੋਟੀ ਪਕਾਣੀ ਤੇ ਘਰ ਸਾਂਭਣਾ ਨਾ ਆਇਆ। ਯਾਨੀ ਕਿਹੜਾ ਘਰ ਆਪਣਾ ਏ ਤੇ ਕਿਹੜਾ ਪਰਾਇਆ? ਕਿਹੜਾ ਉਹ ਘਰ ਏ ਜਿੱਥੇ ਕਿਸੇ ਕੁੜੀ ਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਣ ਦੀ ਇਜਾਜ਼ਤ ਏ? ਕਿਹੜਾ ਘਰ ਏ ਉਹ ਜਿੱਥੇ ਉਹਨੂੰ ਲੱਗੇ ਕਿ ਉਹਦੇ ਪੈਰਾਂ ਹੇਠਲੀ ਜ਼ਮੀਨ ਹਰ ਵੇਲੇ ਖਿਸਕਦੀ ਨਹੀਂ ਜਾਂਦੀ, ਹਰ ਵੇਲੇ ਹੇਠਾਂ ਵੱਲ ਧੱਸਦੀ ਨਹੀਂ ਜਾਂਦੀ? ਅਸਲ ਵਿੱਚ ਔਰਤ ਦਾ ਕੋਈ ਵੀ ਘਰ ਨਹੀਂ ਹੁੰਦਾ। ਪਹਿਲੋਂ ਉਹ ਪਿਓ ਦੇ ਘਰ ਵਿੱਚ ਰਹਿੰਦੀ ਏ, ਹਰ ਵੇਲੇ ਅਗਲੇ ਘਰ ਜਾਣ ਦੀਆਂ ਧਮਕੀਆਂ ਸੁਣਦੀ ਹੋਈ, ਜਿੱਥੇ ਉਹ ਛਿੱਲੀ ਜਾਂਦੀ ਏ, ਤਰਾਸ਼ੀ ਜਾਂਦੀ ਏ, ਰੰਦੀ ਜਾਂਦੀ ਏ, ਜਿੱਥੇ ਉਹਨੂੰ ਤੁੰਬਿਆ, ਛੱਟਿਆ, ਪਿੰਜਿਆ ਜਾਂਦਾ ਏ, ਕੱਤਿਆ ਤੇ ਉਣਿਆ ਜਾਂਦਾ ਏ, ਖੌਲਦੇ ਪਾਣੀ ਵਿੱਚ ਰੰਗਿਆ ਤੇ ਸੁਕਾਇਆ ਜਾਂਦਾ ਏ। ਯਾਨੀ ਕਾਫੀ ਬਰੀਕ ਪੀਹ ਦਿੱਤਾ ਜਾਂਦਾ ਏ ਤਾਂ ਕਿ ਕਿਸੇ ਦੇ ਵੀ ਦੰਦਾਂ ਹੇਠਾਂ ਰੜਕੇ ਨਾ। ਫੇਰ ਪਤੀ ਦਾ ਘਰ, ਜਿਹਨੂੰ ਉਹਨੇ ਪਰਮੇਸ਼ਰ ਸਮਝਣਾ ਹੁੰਦਾ ਏ, ਜਿੱਥੇ ਉਹਦੀ ਡੋਲੀ ਜਾਂਦੀ ਏ ਤੇ ਅਰਥੀ ਨਿਕਲਦੀ ਏ, ਜਿੱਥੇ ਉਹਦੇ ਪਤੀ ਨੂੰ ਕਾਨੂੰਨਨ ਹੱਕ ਏ ਕਿ ਉਹ ਜਦੋਂ ਵੀ ਚਾਹੇ ਉਹਦੇ ਨਾਲ ਬਲਾਤਕਾਰ ਕਰ ਲਵੇ। ਕਾਨੂੰਨ ਇਹਨੂੰ ਕੌਂਜੂਗਲ ਰਾਈਟਸ ਕਹਿੰਦਾ ਏ। ਜਦੋਂ ਖਾਵੰਦ ਦਾ ਜੀ ਕਰੇ ਉਹ ਆਪਣੀ ਔਰਤ ਨੂੰ ਠੁੱਡਾ ਮਾਰ ਕੇ ਆਪਣੇ ਘਰੋਂ ਕੱਢ ਸਕਦਾ ਏ। ਸੋ ਮੈਂ ਸਵੇਰੇ ਉੱਠ ਕੇ ਤੇ ਰਾਤੀ ਸੌਣ ਲੱਗਿਆਂ ਸਾਰਿਆਂ ਦੇ ਚਰਨ ਛੋਹੰਦੀ। ਅੱਜ ਸੋਚਾਂ ਤਾਂ ਲੱਗਦਾ ਏ ਕਿ ਚਰਨ ਛੋਹਣ ਵੇਲੇ ਦਿੱਤੀਆਂ ਉਹਨਾਂ ਦੀਆਂ ਅਸੀਸਾਂ ਵੀ ਆਪਣੇ ਹੀ ਪੁੱਤਰ ਲਈ ਸਨ। ਬੁੱਢ ਸੁਹਾਗਣ ਹੋਵੇਂ, ਯਾਨੀ ਸਾਡੇ ਪੁੱਤਰ ਦੀ ਲੰਮੀ ਉਮਰ ਹੋਵੇ, ਜਦੋਂ ਤੂੰ ਬੁੱਢੀ ਹੋ ਜਾਵੇਂ ਉਹ ਜਿਉਂਦਾ ਹੋਵੇ। ਪੁੱਤਰਾਂ ਵਾਲੀ ਹੋਵੇਂ, ਯਾਨੀ ਸਾਡੇ ਪੁੱਤਰ ਲਈ ਪੁੱਤਰ ਹੀ ਜੰਮੇ, ਪੁੱਤਰ ਜਿਹੜੇ ਸਾਡੇ ਖਾਨਦਾਨ ਦੇ ਨਾਂ ਨੂੰ ਅਗਾਂਹ ਤੋਰਨ। 30
ਕਰਨਾਲ ਦਾ ਮੇਰਾ ਸਹੁਰਾ ਘਰ। ਹਨੇਰੀ ਜਿਹੀ ਭੀੜੀ ਜਿਹੀ ਗਲੀ ਵਿੱਚ ਵੱਡੇ ਸਾਰੇ ਦਰਵਾਜ਼ੇ ਵਾਲਾ ਇਹ ਘਰ ਕਿਸੇ ਮੁਸਲਮਾਨ ਰਈਸ ਦਾ ਹੁੰਦਾ ਹੋਵੇਗਾ ਸ਼ਾਇਦ, ਕਿਉਂਕਿ ਉਹੋ ਜਿਹਾ ਹੀ ਪਰਦਾਨਸ਼ੀਨ ਘਰ ਸੀ। ਬਾਹਰਲਾ ਬੂਹਾ ਮੋਟੀ ਲੱਕੜ ਦਾ, ਪਿੜੀਆਂ ਵਾਲਾ, ਪਿੜੀਆਂ ਵਿੱਚ ਮੇਖਾਂ, ਬੂਹੇ ਨਾਲੋਂ ਲਟਕਦੇ ਮੋਟੇ ਕੁੰਡੇ, ਇੱਕ ਧੁਰ ਉੱਤੇ, ਇੱਕ ਵਿਚਕਾਰ, ਇੱਕ ਧੁਰ ਹੇਠਾਂ। ਅੰਦਰਲੇ ਪਾਸੇ ਵੀ ਕੁੰਡੇ, ਵਿਚਕਾਰ ਇੱਕ ਲੰਮਾ ਫੱਟਾ ਜਿਹਨੂੰ ਰਾਤ ਵੇਲੇ ਸਿੱਧਾ ਕਰਕੇ ਉਹਦੇ ਘੁਰਨਿਆਂ ਵਿੱਚ ਬਿਠਾ ਦਿੱਤਾ ਜਾਂਦਾ ਆਰ-ਪਾਰ, ਤੇ ਸਵੇਰੇ ਉਤਾਂਹ ਚੁੱਕ ਕੇ ਦਰਵਾਜ਼ੇ ਦੀ ਵੱਖੀ ਨਾਲ ਖੜਾ ਕਰ ਦਿੱਤਾ ਜਾਂਦਾ। ਬੂਹਿਓਂ ਵੜਦਿਆਂ ਹੀ ਖੱਬੇ ਹੱਥ 2 ਲੈਟਰੀਨਾਂ ਤੇ ਸੱਜੇ ਹੱਥ ਇੱਕ ਵੱਡਾ ਸਾਰਾ ਕਮਰਾ ਜਿਹੜਾ ਮਕਾਨ ਦੇ ਪਹਿਲੇ ਮਾਲਕ ਮਰਦਾਨੇ ਨਾਲ ਇਸਤੇਮਾਲ ਕਰਦੇ ਹੋਣਗੇ। ਮਰਦਾਨਾ ਜਿਹਦੇ ਵਿੱਚ ਘਰ ਦੀਆਂ ਔਰਤਾਂ ਪੈਰ ਵੀ ਨਹੀਂ ਰੱਖ ਸਕਦੀਆਂ, ਸਿਵਾਏ ਸਵੇਰੇ ਰਾਤੀਂ ਜਦੋਂ ਆਸ-ਪਾਸ ਕੋਈ ਨਾ ਹੋਵੇ ਉਹਨੂੰ ਝਾੜਨ, ਪੂੰਝਣ, ਸਵਾਰਨ ਲਈ, ਤਖ਼ਤ ਦੇ ਤੇ ਤਕੀਆਂ ਦੇ ਗਿਲਾਫ ਬਦਲ ਕੇ ਨਵੇਂ ਸਫੈਦ ਗਿਲਾਫ ਚੜ੍ਹਾਉਣ ਲਈ। ਉਂਝ ਇਹ ਕੰਮ ਵੀ ਮਰਦਾਨੇ ਦੇ ਖਾਸ ਮੁਲਾਜ਼ਮ ਹੀ ਕਰ ਦਿੰਦੇ ਹੋਣਗੇ, ਜਿਹੜੇ ਜ਼ਾਹਰ ਏ ਮਰਦ ਹੀ ਹੁੰਦੇ ਹੋਣਗੇ। ਇਸ ਮਰਦਾਨੇ ਵਿੱਚ ਘਰ ਦੇ ਮਰਦ ਮਾਲਕ ਲੈਣ ਦੇਣ ਵਪਾਰ ਕਰਦੇ ਹੋਣਗੇ। ਜੇ ਜ਼ਿਮੀਂਦਾਰ ਹੋਣਗੇ ਤਾਂ ਇੱਕ ਪਾਸੇ ਛੋਟੀ ਜਿਹੀ ਢਾਲਵੀਂ ਸੰਦੂਕੜੀ ਤੇ ਲਾਲ ਵਹੀ ਰੱਖ ਕੇ ਮੁਨਸ਼ੀ ਹਿਸਾਬ ਕਿਤਾਬ ਲਿਖਦਾ ਰਹਿੰਦਾ ਹੋਵੇਗਾ। ਇਸੇ ਮਰਦਾਨੇ ਵਿੱਚ ਗੱਪਬਾਜ਼ੀ ਹੁੰਦੀ ਹੋਵੇਗੀ, ਬਟੇਰਬਾਜ਼ੀ ਤੇ ਤਿੱਤਰਬਾਜ਼ੀ ਦੇ ਪ੍ਰੋਗਰਾਮ ਬਣਦੇ ਹੋਣਗੇ, ਚੌਪੜ ਖੇਡੀ ਜਾਂਦੀ ਹੋਵੇਗੀ, ਕਦੇ ਕਦਾਈ ਸ਼ਾਇਦ ਮੁਜਰਾ ਵੀ ਹੁੰਦਾ ਹੋਵੇਗਾ। ਮਰਦਾਂ ਦੀ ਇਸ ਦੁਨੀਆ ਵਿੱਚ ਯਾਨੀ ਇਸ ਮਰਦਾਨੇ ਵਿੱਚ ਕੁਝ ਵੀ ਹੋ ਸਕਦਾ ਹੋਵੇਗਾ। ਘਰ ਦੀਆਂ ਔਰਤਾਂ ਅੰਦਰ ਬੈਠੀਆਂ ਇਹ ਸਭ ਕੁਝ ਸੁਣ ਕੇ ਕੁਝ ਨਾ ਸੁਣਨ ਦਾ ਬਹਾਨਾ ਕਰਦੀਆਂ ਹੋਣਗੀਆਂ, ਕਿਉਂਕਿ ਇਸ ਤੋਂ ਇਲਾਵਾ ਚਾਰਾ ਹੀ ਜੂ ਨਾ ਹੁੰਦਾ ਹੋਇਆ ਔਰਤ ਕੋਲ, ਕਿਸੇ ਵੀ ਧਰਮ ਮਜ਼ਹਬ ਕੋਲ, ਕਿਸੇ ਵੀ ਸ਼ਹਿਰ ਕਸਬੇ ਦੀ ਔਰਤ ਕੋਲ ਗੂੰਗਿਆਂ ਬੋਲਿਆਂ ਬਣੇ ਰਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਹੁਣ ਉਸ ਮਰਦਾਨੇ ਵਿੱਚ ਮੇਰੇ ਸਹੁਰਾ ਸਾਹਿਬ ਦਾ ਕਲੀਨਿਕ ਸੀ, ਦਵਾਖਾਨਾ। ਡਾਕਟਰ ਸਨ ਉਹ ਵੀ। ਹਨੇਰੇ ਜਿਹੇ ਗਲਿਆਰੇ ਵਿੱਚੋਂ ਸਿੱਧੇ ਲੰਘ ਜਾਓ ਤਾਂ ਚੌੜਾ ਵਿਹੜਾ ਸੀ, ਜਿਸ ਵਿੱਚ 2-4 ਮੰਜੀਆਂ ਵਿਛੀਆਂ ਰਹਿੰਦੀਆਂ, ਜਿਨ੍ਹਾਂ ਤੇ ਘਰ ਦੀਆਂ ਔਰਤਾਂ ਸਾਰਾ ਦਿਨ ਬੈਠੀਆਂ ਕੁਝ ਨਾ ਕੁਝ ਕਰਦੀਆਂ ਰਹਿੰਦੀਆਂ। ਆਂਢੋਂ ਗੁਆਂਢੋਂ ਆਈਆਂ ਇਨਫਾਰਮਲ ਕਿਸਮ ਦੀਆਂ ਜਾਣ ਪਛਾਣ ਵਾਲੀਆਂ ਔਰਤਾਂ ਨੂੰ ਵੀ ਇਹਨਾਂ ਮੰਜੀਆਂ ਤੇ ਹੀ ਖੇਸ ਵਿਛਾ ਕੇ ਬਿਠਾ ਦਿੱਤਾ ਜਾਂਦਾ। ਖੱਬੇ ਹੱਥ ਰਸੋਈ ਤੇ ਰਸੋਈ ਦੇ ਬਾਹਰ ਖੁੱਲ੍ਹਾ ਚੌਂਕਾ, ਸੱਜੇ ਹੱਥ ਗੁਸਲਖਾਨਾ ਬਹੁਤ ਹੀ ਛੋਟਾ ਜਿਹਾ, ਸਾਹਮਣੇ ਚੌੜਾ ਤੇ ਮੋਟੇ ਥੰਮਲਿਆਂ ਵਾਲਾ ਵਰਾਂਡਾ, ਵਰਾਂਡੇ ਵਿੱਚ ਕੁਝ ਕੁਰਸੀਆਂ ਤੇ ਇੱਕ ਅੱਧ ਮੇਜ਼, ਵਰਾਂਡੇ ਤੋਂ ਅਗਾਂਹ ਲੰਘ ਕੇ ਬੈਠਕ ਤੇ ਬੈਠਕ ਦੇ ਇੱਕ ਹਿੱਸੇ ਵਿੱਚ ਰੋਟੀ ਖਾਣ ਵਾਲਾ ਮੇਜ਼ ਤੇ ਕੁਰਸੀਆਂ। ਇਹ ਇੰਤਜ਼ਾਮ ਪਤਾ ਨਹੀਂ ਪਹਿਲੋਂ ਵੀ ਸੀ ਕਿ ਮੇਰੇ ਦਾਜ ਵਿੱਚ ਆਈ ਡਾਈਨਿੰਗ ਟੇਬਲ ਤੇ ਕੁਰਸੀਆਂ ਨੂੰ ਰੱਖਣ ਲਈ ਹੀ ਬੈਠਕ ਦਾ ਇੱਕ ਹਿੱਸਾ ਰੋਟੀ ਖਾਣ ਵਾਲਾ ਹਿੱਸਾ ਬਣਾ ਦਿੱਤਾ ਗਿਆ ਸੀ। ਬੈਠਕ ਵਿੱਚ ਮੇਰੇ ਦਾਜ ਵਿੱਚ ਆਏ ਸੋਫੇ ਤੇ ਇਰਾਨੀ ਕਾਲੀਨ ਵਿਛਾ ਦਿੱਤੇ ਗਏ, ਰੇਡੀਓ ਰੱਖ ਦਿੱਤਾ ਗਿਆ। ਹੋਰ ਸਭ ਕੁਝ ਯਾਨੀ ਬਾਕੀ ਦੇ ਇਰਾਨੀ ਕਾਲੀਨ ਜਿਹੜੇ ਸਾਡੇ ਸੌਣ ਕਮਰੇ ਲਈ ਦਿੱਤੇ ਗਏ ਸਨ ਦਾਜ ਵਿੱਚ, ਤੇ ਰੇਡੀਓਗ੍ਰਾਮ ਤੇ ਗ੍ਰਾਮੋਫੋਨ ਤੇ ਗਹਿਣੇ ਤੇ ਭਾਂਡੇ, ਚਾਂਦੀ ਦੇ ਬਰਤਨ ਤੇ ਹੋਰ ਅਟਰਮ ਸ਼ਟਰਮ ਪਤਾ ਨਹੀਂ ਕਿੱਥੇ ਰੱਖ ਦਿੱਤੇ ਗਏ। ਮੈਂ ਉਹ ਚੀਜ਼ਾਂ ਮੁੜ ਕੇ ਕਦੇ ਨਹੀਂ ਵੇਖੀਆਂ। ਸੱਜੇ ਹੱਥ ਮੇਰੀ ਸੱਸ ਤੇ ਸਹੁਰਾ ਸਾਹਿਬ ਦਾ ਸੌਣ ਵਾਲਾ ਕਮਰਾ ਸੀ ਤੇ ਖੱਬੇ ਹੱਥ ਮੇਰੀ ਨਨਾਣ ਦਾ ਕਮਰਾ। ਮੇਰੇ ਦੋਵੇਂ ਦਿਓਰ ਰਾਤੀਂ ਸ਼ਾਇਦ ਮੇਰੇ ਸਹੁਰਾ ਸਾਹਿਬ ਦੇ ਦਵਾਖਾਨੇ ਵਿੱਚ ਹੀ ਸੌਂਦੇ ਹੋਣਗੇ ਜਾਂ ਹੋਰ ਕਿਧਰੇ, ਮੈਨੂੰ ਕਦੇ ਪਤਾ ਨਹੀਂ ਲੱਗਾ। ਵਿਹੜੇ ਦੀ ਪਰਲੀ ਕੰਧ ਦੇ ਨਾਲ ਇੱਕ ਲੰਮੀ ਖੁਰਲੀ ਸੀ, ਜਿੱਥੇ ਮੇਰੇ ਖਾਵਨ ਦੇ ਭੂਆ ਜੀ ਸਵੇਰੇ ਸ਼ਾਮ ਪਾਠ ਕਰਦਿਆਂ ਕਰਦਿਆਂ ਗੁਤਾਵਾ ਕਰਦੇ। ਮੱਝ ਸਾਰੀ ਰਾਤ ਤਾਂ ਬਾਹਰ ਗਲੀ ਵਿੱਚ ਕਿੱਲੇ ਨਾਲ ਵੱਜੀ ਰਹਿੰਦੀ, ਉਹਦਾ ਕੱਟਾ ਵੀ। ਸਵੇਰੇ ਉਹ ਉਹਨੂੰ ਅੰਦਰ ਲਿਆ ਕੇ ਨੁਹਾਉਂਦੇ, ਉਹਦੇ ਕੱਟੇ ਨੂੰ ਵੀ ਦੂਜੇ ਚੌਥੇ ਦਿਨ ਨੁਹਾ ਦਿੰਦੇ। ਫਿਰ ਮੱਝ ਨੂੰ ਪੁਚਕਾਰ ਕੇ ਨਿੱਕੀਆਂ ਨਿੱਕੀਆਂ ਲੜਿਕੜੀਆਂ ਗੱਲਾਂ ਕਰਦੇ ਗੁਤਾਵਾ ਖਵਾਉਂਦੇ। ਮੱਝ ਨੂੰ ਤੇ ਉਹਦੇ ਕੱਟੇ ਨੂੰ ਦੂਰ ਦੂਰ ਰੱਖਿਆ ਜਾਂਦਾ ਤਾਂ ਕਿ ਸਾਰਾ ਦੁੱਧ ਉਹੀਓ ਨਾ ਚੁੰਘ ਜਾਵੇ। ਮੱਝ ਗੁਤਾਵਾ ਖਾ ਰਹੀ ਹੁੰਦੀ ਤਾਂ ਉਹਦੇ ਗਲੇ ਦਾ ਸੰਗਲ ਖੁਰਲੀ ਦੇ ਕੁੰਡੇ ਵਿੱਚ ਅੜਾ ਦਿੱਤਾ ਜਾਂਦਾ। ਹਰ ਵਾਰੀ ਉਹਦਾ ਸੰਗਲ ਖੜਕਦਾ ਤੇ ਉਹਦੇ ਗਲੇ ਵਿੱਚ ਪਈਆਂ ਟੱਲੀਆਂ ਵੀ। ਉਧਰੀਆਂ ਨਜ਼ਰਾਂ ਨਾਲ ਉਹ ਕੱਟੇ ਵੱਲ ਤੱਕਦੀ, ਜਿਹਦੇ ਗੁਤਾਵੇ ਲਈ ਵੱਖਰੀ ਵਲਟੋਈ ਸੀ, ਤੇ ਖੁਰਲੀ ਤੋਂ ਰਤਾ ਪਰਾਂ ਰੱਖੀ ਜਾਂਦੀ ਸੀ। ਮੱਝ ਗੁਤਾਵਾ ਖਾਂਦੀ ਰਹਿੰਦੀ ਤੇ ਭੂਆ ਜੀ ਪਾਠ ਕਰਦੇ ਕਰਦੇ ਉਹਦੇ ਪਿੰਡੇ ਤੇ ਆਪਣੇ ਖੁਰਦਰੇ ਹੱਥ ਫੇਰਦੇ ਰਹਿੰਦੇ, ਉਹਦੇ ਸਿੰਗਾਂ ਨੂੰ ਤੇਲ ਨਾਲ ਚੋਪੜਦੇ ਰਹਿੰਦੇ। ਮੱਝ ਤੇ ਉਹਦੇ ਕੱਟੇ ਦੇ ਗਲੇ ਲਈ ਗਾਨੀਆਂ ਵੀ ਉਹੀ ਬਣਾਉਂਦੇ ਤੇ ਸਾਰਾ ਟੱਬਰ ਉਹਨਾਂ ਤੇ ਹੱਸਦਾ। ਭੂਆ, ਸਹੁਰੇ ਟੋਰਨੀ ਹੈ ਮੱਝ ਆਪਣੀ, ਲਾੜਾ ਬਣਾਉਣਾ ਏ ਕੱਟੇ ਨੂੰ ਸ਼ਿੰਗਾਰ ਕੇ। ਭੂਆ, ਸਾਰੇ ਹੀ ਉਹਨਾਂ ਨੂੰ ਭੂਆ ਕਹਿੰਦੇ। ਭੂਆ, ਰਤਾ ਇਹ 2 ਕੱਪੜੇ ਤੇ ਕੁੱਟ ਛੱਡ। ਭੂਆ, ਰਤਾ ਇੱਥੇ ਬੌਕਰ ਤੇ ਮਾਰ ਛੱਡ। ਭੂਆ, ਵਿਹਲੀ ਬੈਠੀ ਮੇਥੀ ਤੋੜ ਕੇ ਕੱਟ ਛੱਡ। ਭੂਆ, ਰਤਾ ਇਹਨਾਂ ਕੱਪੜਿਆਂ ਤੇ ਲੋਹਾ ਹੀ ਮਾਰ ਦੇ। ਭੂਆ, ਰਤਾ ਆਟਾ ਹੀ ਗੁੰਨ ਦੇ। ਭੂਆ, ਤੰਦੂਰ ਨਹੀਂ ਤਪਾਇਆ ਹਾਲੀ, ਰੋਟੀਆਂ ਕਿਹੜੇ ਵੇਲੇ ਪੱਕਣਗੀਆਂ। ਭੂਆ, ਅੱਜ ਮੱਖਣ ਤਾਂ ਥੋੜਾ ਕੱਢਿਆ ਏ, ਘੁਲ ਤੇ ਨਹੀਂ ਗਿਆ ਲੱਸੀ ਵਿੱਚ ਹੀ। ਭੂਆ। ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਭੂਆ ਦੇ ਕੰਮ ਸ਼ੁਰੂ ਹੁੰਦੇ ਤੇ ਸਾਰਿਆਂ ਦੇ ਸੌਣ ਮਗਰੋਂ ਸ਼ਾਇਦ ਖਤਮ ਹੋ ਹੀ ਜਾਂਦੇ ਹੋਣਗੇ। ਕਮ ਅਜ਼ ਕਮ ਮੈਂ ਕਦੇ ਉਹਨਾਂ ਦੇ ਕੰਮ ਖਤਮ ਹੁੰਦੇ ਨਹੀਂ ਵੇਖੇ। ਰਾਤੀਂ ਜਦੋਂ ਮੈਂ ਆਪਣੇ ਖਾਵਨ ਦੇ ਪਿੱਛੇ ਪੌੜੀਆਂ ਚੜ੍ਹ ਰਹੀ ਹੁੰਦੀ, ਕਿਉਂਕਿ ਸਾਡਾ ਕਮਰਾ ਕੋਠੇ ਤੇ ਸੀ ਬਰਸਾਤੀ, ਤਾਂ ਮੈਂ ਚੋਰੀ ਭੂਆ ਵੱਲ ਤੱਕਦੀ। ਮੈਨੂੰ ਗੁਨਾਹ ਦਾ ਅਹਿਸਾਸ ਹੁੰਦਾ, ਪਤਾ ਨਹੀਂ ਕਿਉਂ।
ਘਰ ਵਿੱਚ ਹੋਰ ਸਾਰੇ ਕੰਮ ਭੂਆ ਜੀ ਹੀ ਕਰਦੇ। ਸਿਰਫ ਦੁੱਧ ਚੋਣ ਲਈ ਸਵੇਰੇ ਸ਼ਾਮੀ ਕੋਈ ਬੰਦਾ ਆਉਂਦਾ ਤੇ ਦੁੱਧ ਚੋ ਕੇ ਝੱਗੋ ਝੱਗ ਤੇ ਨੱਕੋ ਨੱਕ ਭਰੀ ਬਾਲਟੀ ਰਸੋਈ ਦੇ ਬੂਹੇ ਦੇ ਬਾਹਰ ਰੱਖ ਜਾਂਦਾ। ਹੋਰਨਾਂ ਨੇ ਤੇ ਉਹਨਾਂ ਨੂੰ ਭੂਆ ਕਹਿਣਾ ਹੀ ਸੀ। ਮੇਰੇ ਸਹੁਰਾ ਸਾਹਿਬ ਵੀ ਉਹਨਾਂ ਨੂੰ ਭੂਆ ਹੀ ਕਹਿੰਦੇ, ਜਿਵੇਂ ਉਹਨਾਂ ਦਾ ਨਾਂ ਹੀ ਭੂਆ ਹੋਵੇ। ਭੂਆ ਜੀ ਸ਼ਾਇਦ ਬਚਪਨ ਵਿੱਚ ਹੀ ਜਾਂ ਜਵਾਨੀ ਦੇ ਪਹਿਲੇ ਪਹਿਰੇ ਹੀ ਵਿਧਵਾ ਹੋ ਗਏ ਸਨ ਤੇ ਉਹਨਾਂ ਦੇ ਸਹੁਰੇ ਉਹਨਾਂ ਨੂੰ ਪੇਕੇ ਛੱਡ ਗਏ ਸਨ। ਕਰਨਾਲ ਨਹੀਂ, ਗੁਜਰਾਤ, ਜਿੱਥੇ ਉਹ ਰਹਿੰਦੇ ਸਨ। ਇਹ ਤਾਂ ਪਾਕਿਸਤਾਨ ਬਣਨ ਤੋਂ ਮਗਰੋਂ ਸਾਰੇ ਗੁਜਰਾਤੋਂ ਕਰਨਾਲ ਆ ਗਏ ਸਨ ਤੇ ਇੱਥੇ ਇਹ ਘਰ ਇਵੈਕੂਈ ਪ੍ਰਾਪਰਟੀ, ਯਾਨੀ ਉਹਨਾਂ ਮੁਸਲਮਾਨਾਂ ਦਾ ਘਰ ਜਿਹੜੇ ਇੱਥੋਂ ਨਿਕਲ ਕੇ ਭੱਜ ਗਏ ਹੋਏ ਸਨ ਜਾਨਾਂ ਬਚਾ ਕੇ, ਜਿਹੜੀਆਂ ਕੀ ਪਤਾ ਬਚੀਆਂ ਹੋਣਗੀਆਂ ਕਿ ਨਹੀਂ, ਦੀ ਇਹ ਹਵੇਲੀ ਮੇਰੇ ਸਹੁਰਾ ਸਾਹਿਬ ਨੂੰ ਅਲਾਟ ਹੋ ਗਈ ਸੀ। ਮਗਰੋਂ ਕਲੇਮਾ ਸ਼ਲੇਮਾ ਵਿੱਚ ਉਹਨਾਂ ਨੇ ਇਹਨੂੰ ਆਪਣੇ ਨਾਂ ਪੱਕਿਆਂ ਕਰਵਾ ਲਿਆ ਹੋਵੇਗਾ। ਜ਼ਾਹਿਰ ਏ ਕਿ ਕਲੇਮ ਭਰਨ ਵੇਲੇ ਭੂਆ ਜੀ ਦੇ ਦਸਤਖਤ ਵੀ ਕਰਵਾਏ ਹੋਣਗੇ ਜਾਂ ਅੰਗੂਠਾ ਲਵਾਇਆ ਹੋਵੇਗਾ, ਕਿਉਂਕਿ ਪਿੱਛੇ ਪਾਕਿਸਤਾਨ ਵਿੱਚ ਛੱਡੀ ਜਾਇਦਾਦ ਦੇ ਉਹ ਦੋਵੇਂ ਹੀ ਬਰਾਬਰ ਦੇ ਵਾਰਸ ਸਨ ਤੇ ਕਲੇਮ ਵੀ ਦੋਹਾਂ ਦੇ ਨਾਂ ਦਾ ਹੀ ਭਰਿਆ ਜਾਣਾ ਸੀ। ਪਰ ਉਹ ਮਕਾਨ ਸਿਰਫ ਮੇਰੇ ਸਹੁਰਾ ਸਾਹਿਬ ਦੇ ਨਾਂ ਸੀ। ਹੁਣ ਤੇ ਭੂਆ ਜੀ ਬਹੁਤ ਬੁੱਢੇ ਹੋ ਗਏ ਸਨ। ਮੇਰੇ ਸਹੁਰਾ ਸਾਹਿਬ ਤੋਂ ਵੱਡੇ ਸਨ ਉਹ, ਪਰ ਇੰਨੇ ਬੁੱਢੇ ਲੱਗਦੇ ਕਿ ਕਈ ਲੋਕੀ ਉਹਨਾਂ ਨੂੰ ਮੇਰੇ ਸਹੁਰਾ ਸਾਹਿਬ ਦੀ ਮਾਂ ਸਮਝਦੇ, ਜਾਂ ਸ਼ਾਇਦ ਇਹੀ ਸਮਝਦੇ ਹੋਣ ਕਿ ਉਹ ਦਰਅਸਲ ਮੇਰੇ ਸਹੁਰਾ ਸਾਹਿਬ ਦੇ ਭੂਆ ਜੀ ਸਨ ਤੇ ਇਸੇ ਕਰਕੇ ਸਾਰਾ ਟੱਬਰ ਹੀ ਉਹਨਾਂ ਨੂੰ ਭੂਆ ਕਹਿੰਦਾ ਸੀ। ਤੀਵੀਂ ਉਂਝ ਵੀ ਛੇਤੀ ਢਲ ਜਾਂਦੀ ਏ, ਛੇਤੀ ਬੁੱਢੀ ਹੋ ਜਾਂਦੀ ਏ। ਫੁੱਲਾਂ ਵਰਗੀ ਦੇਹ ਜੋ ਹੋਈ ਤੀਵੀਂ ਦੀ। ਸਾਰੇ ਇਹੀ ਤੇ ਕਹਿੰਦੇ ਨੇ ਕਿ ਫੁੱਲ ਵੀ ਛੇਤੀ ਮੁਰਝਾ ਜਾਂਦਾ ਏ ਤੇ ਤੀਵੀਂ ਵੀ ਛੇਤੀ ਕੁਮਲਾ ਜਾਂਦੀ ਏ। ਪਰ ਮੈਨੂੰ ਲੱਗਦਾ ਭੂਆ ਜੀ ਇਸ ਕਰਕੇ ਛੇਤੀ ਬੁੱਢੇ ਹੋ ਗਏ ਸਨ ਕਿਉਂਕਿ ਮੱਝ ਤੇ ਉਹਦੇ ਕੱਟੇ ਤੋਂ ਇਲਾਵਾ ਕਿਸੇ ਨੂੰ ਉਹਨਾਂ ਦੇ ਪਿਆਰ ਦੀ ਲੋੜ ਨਹੀਂ ਸੀ, ਕਿ ਮੱਝ ਤੇ ਉਹਦੇ ਕੱਟੇ ਤੋਂ ਇਲਾਵਾ ਕੋਈ ਉਹਨਾਂ ਨੂੰ ਪਿਆਰ ਨਹੀਂ ਸੀ ਕਰਦਾ, ਕਿ ਸਾਰਾ ਦਿਨ ਹਰ ਰੋਜ਼ ਦੇ ਰੋਜ਼ ਕੋਲੂ ਦੇ ਬੈਲ ਵਾਂਗੂ ਇੱਕੋ ਹੀ ਚੱਕਰ ਵਿੱਚ ਘੁੰਮ ਕੇ ਬੰਦਾ ਬੁੱਢਾ ਨਹੀਂ ਹੋਵੇ ਤਾਂ ਕੀ ਹੋਵੇਗਾ। ਜਦੋਂ ਬੰਦੇ ਨੂੰ ਕੱਲ੍ਹ ਦੇ ਬਿਹਤਰ ਹੋਣ ਦਾ ਤੇ ਕਿਸੇ ਨਵੇਂ ਆਹਰ ਦਾ ਇੰਤਜ਼ਾਰ ਨਾ ਹੋਵੇ, ਉਹਨੇ ਬੁੱਢਿਆਂ ਹੀ ਤੇ ਹੋਣਾ ਹੋਇਆ। ਇਸ ਮੁਲਕ ਵਿੱਚ ਅੱਧਿਓਂ ਬਹੁਤੀਆਂ ਤੀਵੀਆਂ ਸਿਰਫ ਇਸੇ ਕਰਕੇ ਛੇਤੀ ਬੁੱਢੀਆਂ ਹੋ ਜਾਂਦੀਆਂ ਨੇ। ਭੂਆ ਜੀ ਰਤਾ ਕੋ ਝੁਕੇ ਰਤਾ ਲੰਗੜਾਉਂਦੇ, ਹਰ ਵੇਲੇ ਘਰ ਵਿੱਚ ਕੁਝ ਨਾ ਕੁਝ ਕਰ ਰਹੇ ਹੁੰਦੇ, ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੁੰਦੇ। ਉਹਨਾਂ ਦੇ ਚਿਹਰੇ ਦਾ ਮਾਸ ਮਰੋੜ ਕੇ ਸੁੱਟੇ ਰੱਦੀ ਕਾਗਜ਼ ਵਰਗਾ ਸੀ। ਉਹਨਾਂ ਦੀਆਂ ਅੱਖਾਂ ਖੋਪੜੀ ਦੇ ਅੰਦਰਵਾਰ ਧੱਸਦੀਆਂ ਜਾਪਦੀਆਂ ਸਨ। ਕੋਇਆਂ ਤੋਂ ਸਿਮਦਾ ਪਾਣੀ ਜਾਂ ਗਿੱਡ ਉਹ ਅਕਸਰ ਦੁਪੱਟੇ ਦੀ ਕੰਨੀ ਨਾਲ ਪੂੰਝਦੇ ਰਹਿੰਦੇ। ਉਹਨਾਂ ਦਾ ਰੰਗ ਸਾਂਵਲਾ ਸੀ, ਡੂੰਘੀ ਤਰਕਾਲ ਵਰਗਾ, ਜ਼ਿੰਦਗੀ ਦੀ ਅੱਗ ਤੇ ਸਿਕਿਆ, ਤਪਿਆ, ਧੁਆਂਖਿਆ। ਮੇਰੇ ਸਹੁਰਾ ਸਾਹਿਬ ਦਾ ਤੇ ਮੇਰੀ ਸੱਸ ਦਾ ਰੰਗ ਸਾਫ਼ ਸੀ, ਗੋਰਾ ਵੀ ਕਹਿ ਸਕਦੇ ਹੋ, ਪਰ ਬੱਚਿਆਂ ਵਿੱਚੋਂ ਸਿਰਫ ਛੋਟੇ ਦਿਓਰ ਮਹਿੰਦਰ ਦਾ ਰੰਗ ਗੋਰਾ ਸੀ। ਮੇਰੀ ਨਨਾਣ ਦਰਸ਼ਨ ਦਾ ਤੇ ਮੇਰੇ ਖਾਵਨ ਦਾ ਤੇ ਮੇਰੇ ਵੱਡੇ ਦਿਓਰ ਦਾ ਰੰਗ ਸਾਂਵਲਾ ਸੀ। ਮੇਰੀ ਨਨਾਣ ਇਸੇ ਗੱਲੇ ਵੀ ਭੂਆ ਨੂੰ ਲਾਨਤ ਮਲਾਮਤ ਕਰਦੀ ਰਹਿੰਦੀ। ਜ਼ਰੂਰ ਮੇਰੇ ਜੰਮਣ ਵੇਲੇ ਭੂਆ ਕੋਲ ਹੋਣੀ ਏ, ਇਹਦਾ ਹੀ ਪਰਛਾਵਾਂ ਪੈ ਗਿਆ ਮੇਰੇ ਤੇ। ਐਵੇਂ ਨਾ ਮਾਰੀ ਜਾ, ਪਰਛਾਵਾਂ ਪਵੇ ਤੇਰੇ ਦੁਸ਼ਮਣਾਂ ਤੇ। ਸੁਖੀ ਰਵੇ ਮੇਰੀ ਬੱਚੜੀ। ਤੇ ਮੇਰੀ ਸੱਸ ਉਹਦੇ ਸਿਰ ਤੇ ਹੱਥ ਫੇਰ ਕੇ ਪੁਚਕਾਰਨ ਲੱਗਦੇ। ਉਹਨਾਂ ਦਾ ਮਤਲਬ ਸੀ ਕਿ ਇਸ ਨੈਸ਼ ਤੀਵੀਂ ਦਾ ਪਰਛਾਵਾਂ ਕਿਉਂ ਪਵੇ ਮੇਰੀ ਲਾਡਲੀ ਧੀ ਤੇ। ਇਹਦਾ ਤੇ ਵਿਆਹ ਕਰਾਂਗੇ, ਬੁੱਢ ਸੁਹਾਗਣ ਹੋਵੇਗੀ, ਬੱਚੇ ਇਹਦੇ ਵਿਹੜੇ ਵਿੱਚ ਖੇਡਣਗੇ, ਰਾਜ ਕਰੇਗੀ। ਭੂਆ ਵਰਗੀ ਕਿਸੇ ਕਰਮਾ ਸੜੀ ਦਾ ਪਰਛਾਵਾਂ ਕਿਉਂ ਪਵੇ ਲਾਡਲੀ ਧੀ ਤੇ। ਸਭ ਤੋਂ ਨਿੱਕਾ, ਸਭ ਤੋਂ ਗੋਰਾ ਤੇ ਸਭ ਤੋਂ ਲਾਡਲਾ ਨਿਕੜਾ ਦਿਓਰ ਮਹਿੰਦਰ ਸਿਰਫ ਉਹੀ ਸੀ ਜਿਹੜਾ ਮੇਰੇ ਨਾਲ ਪਿਆਰ ਨਾਲ ਗੱਲ ਕਰਦਾ। ਇੱਕ ਉਹ ਤੇ ਇੱਕ ਭੂਆ ਜੀ। ਇਹ ਦੋ ਹੀ ਬੰਦੇ ਸਨ ਪੂਰੇ ਘਰ ਵਿੱਚ ਜਿਨ੍ਹਾਂ ਤੋਂ ਡਰ ਨਹੀਂ ਸੀ ਲੱਗਦਾ। ਭੂਆ ਜੀ ਏਡੇ ਮੋਕਲੇ ਘਰ ਵਿੱਚ ਸੁੰਗੜ ਕੇ ਤੁਰਦੇ, ਸੁੰਗੜ ਕੇ ਉੱਠਦੇ ਬਹਿੰਦੇ, ਤਹਿ ਜੇ ਹੋ ਕੇ ਲੇਟਦੇ ਤੇ ਡਰ ਕੇ ਗੱਲ ਕਰਦੇ। ਸਾਰਾ ਦਿਨ ਉਹਨਾਂ ਦੇ ਹੱਥ ਕੁਝ ਨਾ ਕੁਝ ਕਰਦੇ ਰਹਿੰਦੇ। ਸਾਰਾ ਦਿਨ ਉਹ ਕਿਸੇ ਨਾ ਕਿਸੇ ਆਰੇ ਲੱਗੇ ਰਹਿੰਦੇ। ਤਾਂ ਵੀ ਮੇਰੀ ਨਨਾਣ ਨਿੱਕਚੋ ਜਿਹੀ, ਕਾਲਟੋ ਜਿਹੀ, ਦੋ ਗੁੱਤਾਂ ਨੂੰ ਹਿਲਾਉਂਦਿਆਂ ਉਹਨਾਂ ਤੇ ਹੱਸਦੀ ਰਹਿੰਦੀ। ਭੂਆ ਦਾ ਕੀ ਏ, ਕਿਹਾ ਸੀ ਮੂਲੀਆਂ ਨੂੰ ਘੀਆ ਕਸ ਕਰਦੇ ਪਰੌਂਠੇ ਬਣਾਉਣੇ ਨੇ ਤੇ ਖੌਰੇ ਕਿਹੜੇ ਧਿਆਨ ਵਿੱਚ ਬੈਠੀ ਨੇ ਕੱਟ ਧਰੀਆਂ ਨੇ। ਹੁਣ ਤੇ ਭੁਰਜੀ ਬਣੇਗੀ। ਭੁਰਜੀ ਤੇ ਕੋਈ ਖਾਂਦਾ ਹੀ ਨਹੀਂ। ਚਲੋ ਭੂਆ ਨੂੰ ਹੀ ਖਵਾਵਾਂਗੇ 5-7 ਦਿਹਾੜੇ, ਹੈ ਨਾ ਬਈ। ਤੇ ਭੂਆ ਜੀ ਮਿੱਟੀ ਹੋ ਜਾਂਦੇ। ਭੂਆ ਜੀ ਨੂੰ ਤੱਕ ਕੇ ਮੈਨੂੰ ਹਮੇਸ਼ਾ ਰੋਹਿਣੀ ਦੀ ਮਾਂ ਯਾਦ ਆਉਂਦੀ। ਏਡੇ ਵੱਡੇ ਘਰ ਵਿੱਚ ਕਿਸ ਤਰ੍ਹਾਂ ਉਹ ਸੁੰਗੜ ਕੇ ਗੰਢੜੀ ਜਿਹੀ ਬਣੀ ਸਾਰਾ ਦਿਨ ਰਸੋਈ ਦੇ ਪਟੜੇ ਤੇ ਬੈਠੀ ਰਹਿੰਦੀ ਸੀ, ਮਲਮਲ ਦੀ ਸਫੈਦ ਧੋਤੀ ਪਾ ਕੇ। ਪੀਲੇ ਜਿਹੇ ਚਿਹਰੇ ਵਾਲੀ ਉਹ ਗੋਰੀ ਸੁਬਕ ਜਿਹੀ ਔਰਤ ਆਪਣੇ ਅੰਦਰ ਕਿੰਨੇ ਦਰਦਾਂ ਦੀਆਂ ਕਿੰਨੀਆਂ ਗੰਢੜੀਆਂ ਚੁੱਕੀ ਰੱਖਦੀ ਸੀ। ਸਾਰਾ ਦਿਨ ਕੁਝ ਨਾ ਕੁਝ ਰਿੰਨ ਰਹੀ ਹੁੰਦੀ, ਪਕਾ ਰਹੀ ਹੁੰਦੀ, ਤਲ ਰਹੀ ਹੁੰਦੀ। ਸਹੁਰੇ ਦੇ ਹੇਠੋਂ ਉੱਤੇ ਆਉਂਦੇ ਬੂਟਾਂ ਦੀ ਆਵਾਜ਼ ਨਾਲ ਤਰਬਕ ਜਾਂਦੀ। ਸੱਸ ਦੇ ਕਮਰੇ ਵਿੱਚੋਂ ਆਈ ਹਰ ਆਵਾਜ਼ ਨਾਲ ਭੱਜੀ ਜਾਂਦੀ ਨੰਗੇ ਪੈਰੀਂ। ਰਿੰਨਣਾ, ਪਕਾਣਾ, ਤਲਣਾ ਖਤਮ ਹੁੰਦਾ ਤਾਂ ਸੁਪਾਰੀਆਂ ਕੁਤਰਨ ਬਹਿ ਜਾਂਦੀ। ਸੁਪਾਰੀਆਂ ਖਤਮ ਹੁੰਦੀਆਂ ਤਾਂ ਵੜੀਆਂ ਪਾਪੜ ਬਣਾਉਣ ਲੱਗਦੀ। ਭੂਆ ਜੀ ਦਾ ਹੱਥ ਵੀ ਕਦੇ ਵਿਹਲਾ ਨਾ ਹੁੰਦਾ। ਮੱਝ ਨੂੰ ਨਵਾਉਣਾ, ਕੱਟੇ ਨੂੰ ਪੁਚਕਾਰਨਾ, ਸਬਜ਼ੀਆਂ ਕੱਟਣੀਆਂ ਤੇ ਪਕਾਣੀਆਂ, ਆਟਾ ਗੁੰਨ ਕੇ ਰੋਟੀਆਂ ਪਕਾਣੀਆਂ, ਰਸੋਈ ਰਗੜ ਕੇ ਚਮਕਾਣੀ, ਰਜ਼ਾਈਆਂ ਨਗੰਦਣੀਆਂ, ਸਾਰਿਆਂ ਦੇ ਪਾਟੇ ਉਧੜੇ ਕੱਪੜੇ ਸਿਉਣੇ, ਘਰ ਦੀ ਝਾੜ ਪੂੰਝ ਕਰਨੀ,
ਤੇ ਹੱਥ ਵਿਹਲਾ ਹੋਵੇ ਤਾਂ ਦੁਪਹਿਰੇ ਮੈਦਾ ਗੁੰਨ ਕੇ ਸੇਵੀਆਂ ਵਟਣੀਆਂ। ਮੇਥੀ ਦੀ ਰੁੱਤੇ ਮੇਥੀ ਤੋੜ ਕੇ ਮੰਜੇ ਤੇ ਵਿਛਾਈਆਂ ਚਾਦਰਾਂ ਤੇ ਸੁਕਾਉਣ ਲਈ ਖਲੇਰਨੀ ਕੋਠੇ ਤੇ, ਜਿਹੜਾ ਬਰਸਾਤੀ ਦੇ ਬਾਹਰ ਫੈਲਿਆ ਹੋਇਆ ਸੀ। ਸ਼ਲਗਮਾਂ ਦੀ ਰੁੱਤੇ ਸ਼ਲਗਮ ਕੱਟ ਕੇ ਉਹਨਾਂ ਦੇ ਹਾਰ ਪਰੋ ਕੇ ਸੁਕਾਉਣੇ, ਅਚਾਰ ਪਾਣੇ, ਮੁਰੱਬੇ ਬਣਾਉਣੇ। ਖੈਰ ਇਹ ਸਭ ਤਾਂ ਮਗਰੋਂ ਪਤਾ ਲੱਗਾ। ਹਰ ਬੇਵਾ ਔਰਤ ਆਪਣੇ ਮੂੰਹ ਵਿੱਚ ਜਾਣ ਵਾਲੀ ਹਰ ਗਰਾਹੀ ਲਈ ਜ਼ਰ ਖਰੀਦ ਗੁਲਾਮਾਂ ਵਾਂਗੂ ਕੰਮ ਕਰਦੀ ਏ, ਆਪਣੇ ਆਪ ਹੀ। ਕਿਸੇ ਨੂੰ ਜ਼ੋਰ ਜ਼ਬਰਦਸਤੀ ਕਰਨ ਦੀ ਵੀ ਲੋੜ ਨਹੀਂ। ਇਹ ਉਹਨਾਂ ਦੀ ਖੁਦ ਦੀ ਹੀ ਮਜਬੂਰੀ ਹੁੰਦੀ ਏ ਸ਼ਾਇਦ। ਅਸੀਂ ਆਪਣੇ ਖਾਵਨ ਦੀ ਕਮਾਈ ਦੀ ਰੋਟੀ ਨਹੀਂ ਖਾ ਸਕਦੀਆਂ ਕਿਉਂਕਿ ਉਹ ਤਾਂ ਮਰ ਗਿਆ। ਇਸ ਕਰਕੇ ਅਸੀਂ ਤੁਹਾਡੇ ਰਹਿਮੋ ਕਰਮ ਤੇ ਹੀ ਜ਼ਿੰਦਾ ਹਾਂ। ਤੁਹਾਡੀ ਦਿੱਤੀ ਰੋਟੀ, ਤੁਹਾਡੀ ਦਿੱਤੀ ਸਫੈਦ ਧੋਤੀ ਜਾਂ ਸੁੱਥਣ ਝੱਗਾ ਦੁਪੱਟਾ, ਤੁਹਾਡੀ ਛੱਤ, ਤੁਹਾਡੀਆਂ ਕੰਧਾਂ, ਤੁਹਾਡਾ ਬੜਾ ਕਰਮ ਏ, ਮਿਹਰਬਾਨੀ ਏ, ਆਪਣੇ ਘਰ ਵਿੱਚ ਪਨਾਹ ਦਿੱਤੀ ਏ ਤੁਸਾਂ। ਮਿਹਰਬਾਨੀਆਂ ਕਰਨ ਵਾਲਿਓ, ਸਾਨੂੰ ਪਨਾਹ ਦੇਣ ਵਾਲਿਓ, ਸੁਖੀ ਵਸੋ। ਅਸੀਂ ਜਿਹੜੀਆਂ ਸੁੰਨ ਮਸਾਨ ਇਕੱਲ ਦੇ ਜਜ਼ੀਰਿਆਂ ਵਿੱਚ ਕੈਦ ਹਾਂ, ਤੁਹਾਡੇ ਟੱਬਰਾਂ ਦੇ ਸੁੱਖਾਂ ਤੇ ਹਾਸਿਆਂ ਤੇ ਮੁਹੱਬਤਾਂ ਦੀ ਖੈਰ ਮੰਗਦੀਆਂ ਹਾਂ। ਤੁਹਾਡੀ ਦਿੱਤੀ ਰੋਟੀ ਵਾਸਤੇ ਅਸੀਂ ਤੁਹਾਡੀ ਕਮਾਈ ਦੀ ਬਰਕਤ ਲਈ ਦੁਆ ਕਰਾਂਗੀਆਂ। ਤੁਹਾਡੀ ਛੱਤ ਹੇਠਾਂ ਪਨਾਹ ਮਿਲਣ ਲਈ ਅਸੀਂ ਤੁਹਾਡੇ ਮਹਿਲਾਂ ਮਾੜੀਆਂ ਦੀਆਂ ਉੱਚੀਆਂ ਮਮਟੀਆਂ ਦੀ ਖੈਰ ਮੰਗਾਂਗੀਆਂ। ਤਨ ਢੱਕਣ ਲਈ ਦਿੱਤੇ ਤੁਹਾਡੇ ਕੱਪੜਿਆਂ ਬਦਲੇ ਅਸੀਂ ਰੱਬ ਕੋਲੋਂ ਤੁਹਾਡੇ ਵਾਸਤੇ ਕੀਮ ਖਾਬਾਂ ਤੇ ਰੇਸ਼ਮੀ ਦੁਸ਼ਾਲਿਆਂ ਲਈ ਝੋਲੀ ਅੱਡਾਂਗੀਆਂ। ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਅਸੀਂ, ਤਾ ਉਮਰ, ਜਦੋਂ ਤੱਕ ਪਿਛਲੇ ਜਨਮ ਦੇ ਖੋਟੇ ਕਰਮਾਂ ਦੀ ਇਹ ਸਜ਼ਾ ਪੂਰੀ ਨਹੀਂ ਹੋ ਜਾਂਦੀ, ਜਦੋਂ ਤੱਕ ਉਹ ਮਾਲਕ ਇੱਥੋਂ ਚੁੱਕ ਨਹੀਂ ਲੈਂਦਾ। ਤੁਹਾਡੀ ਰੋਟੀ ਪਕਾਵਾਂਗੀਆਂ, ਤੁਹਾਡੇ ਭਾਂਡੇ ਮਾਂਜਾਂਗੀਆਂ, ਤੁਹਾਡੇ ਕੱਪੜੇ ਧੋਵਾਂਗੀਆਂ, ਪਾਟੇ ਗੰਢਾਂਗੀਆਂ, ਕੱਤਣਾ ਪੀਣਾ ਸਭ ਕਰਾਂਗੀਆਂ। ਤੁਹਾਡੇ ਬਾਲਾਂ ਦੇ ਗੂੰ ਮੂਤਰ ਸਾਫ਼ ਕਰਾਂਗੀਆਂ, ਉਹਨਾਂ ਨੂੰ ਖਿਡਾਵਾਂਗੀਆਂ, ਪਾਲਾਂਗੀਆਂ, ਜਿਉਂਦੇ ਰਹਿਣ, ਸੁਖੀ ਵਸਣ। ਤੁਹਾਡੇ ਪੁੱਤਰ ਤੁਹਾਨੂੰ ਬੁੱਢੇ ਵਾਰੇ ਰਾਜ ਕਰਾਉਣ ਤੇ ਧੀਆਂ ਆਪਣੇ ਘਰੀ ਸੁਖੀ ਵਸਣ। ਸਦਾ ਠੰਡੀ ਹਵਾ ਆਏ ਉਹਨਾਂ ਵੱਲੋਂ, ਇਹਨਾਂ ਬਾਲਾਂ ਦੇ ਸਿਰ ਸਦਕਾ, ਇਹਨਾਂ ਦੀ ਖੈਰ ਸਦਕਾ। ਇਹ ਘਰ ਦੇ ਹੇਠਲੇ ਹਿੱਸੇ ਦੀ ਦੁਨੀਆ ਸੀ, ਯਾਨੀ ਅਸਲੀ ਘਰ ਦੀ, ਜਿਸ ਵਿੱਚ ਰਿਸ਼ਤਿਆਂ ਦੀ ਤਲਖੀ ਤੁਰਸ਼ੀ ਸੀ, ਪ੍ਰਾਹੁਣਿਆਂ ਦੀ ਤੇ ਰਿਸ਼ਤੇਦਾਰਾਂ ਦੀ ਆਵਾਜਾਈ ਸੀ, ਤੇ ਬਾਹਰਲਾ ਕਮਰਾ ਮੇਰੇ ਸਹੁਰਾ ਸਾਹਿਬ ਦਾ ਸਵੇਰ ਸ਼ਾਮ ਦਾ ਕਲੀਨਿਕ ਸੀ। ਉਂਝ ਅਸਲੀ ਕਲੀਨਿਕ ਕਿਸੇ ਬਾਜ਼ਾਰ ਵਿੱਚ ਸੀ। ਪਰ ਉਤਲੀ ਬਰਸਾਤੀ ਦੀ ਦੁਨੀਆ, ਯਾਨੀ ਮੇਰੀ ਤੇ ਮੇਰੇ ਖਾਵਨ ਦੀ ਦੁਨੀਆ, ਪਹਿਲੀ ਰਾਤ ਵਾਲੇ ਢਰਰੇ ਤੇ ਤੁਰ ਰਹੀ ਸੀ। ਕੋਈ ਤਬਦੀਲੀ ਨਹੀਂ ਸੀ ਹੋਈ ਉਹਦੇ ਵਿੱਚ। ਪਹਿਲੀ ਸਵੇਰ ਜਿਹੜੀ ਉਸ ਬਰਸਾਤੀ ਦੇ ਬਾਹਰਲੇ ਕੋਠੇ ਤੇ ਚੜ੍ਹੀ ਸੀ, ਉਹ ਹੁਣ ਬਹੁਤ ਪਹਿਲੋਂ ਚੜ੍ਹ ਪੈਂਦੀ ਸੀ। ਸਾਰੀ ਰਾਤ ਮੈਂ ਤਾਰਿਆਂ ਦਾ ਤੇ ਖਿੱਤੀਆਂ ਦਾ ਤੁਰਨਾ ਵੇਖ ਕੇ ਵਕਤ ਦਾ ਅੰਦਾਜ਼ਾ ਲਾਉਂਦੀ ਰਹਿੰਦੀ। ਉਂਝ ਓਪਰੀ ਥਾਵੇਂ, ਉਪਰੇ ਘਰ ਵਿੱਚ ਇਹਨਾਂ ਦੀ ਤੋਰ ਦੀ ਸਮਝ ਆਉਂਦਿਆਂ ਵੀ ਵਕਤ ਲੱਗਦਾ ਏ। ਇਹ ਸੀ ਤੀਜਾ ਹਿੱਸਾ ਅਜੀਤ ਕੌਰ ਦੀ ਆਤਮ ਕਥਾ ਕੂੜਾ ਕਬਾੜਾ ਦਾ। ਇਸ ਦਾ ਚੌਥਾ ਹਿੱਸਾ ਸੁਣਨ ਵਾਸਤੇ ਚੱਲਦੇ ਹਾਂ ਅੱਗੇ। ਉਸ ਦਾ ਲਿੰਕ ਇਸੇ ਵੀਡੀਓ ਦੇ ਉੱਤੇ ਮੈਂ ਦੇ ਰਹੀ ਹਾਂ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਮੇਰੀ ਆਵਾਜ਼ ਵਿੱਚ ਮਾਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।